ਆਪਣੇ ਭਾਈਚਾਰੇ ਦੇ ਵਿੱਚ ਅਕਸਰ ਹੁੰਦਾ ਕਿ ਬੱਚੇ ਜੀ ਡਰੱਗ ਗੈਂਗ ਦੇ ਵਿੱਚ ਚਲੇ ਗਏ, ਨਸ਼ਿਆਂ ਵਿੱਚ ਚਲੇ ਗਏ। ਹਮੇਸ਼ਾ ਇਹ ਮੁੱਦਾ ਭਖਦਾ ਵੀ ਰਹਿੰਦਾ ਹੈ। ਤੁਹਾਡੇ ਤੱਕ ਕਿੰਨੇ ਕੁ ਮਾਪੇ ਅਪਰੋਚ ਕਰਦੇ ਆ ਜਾਂ ਨੌਜਵਾਨ ਅਪਰੋਚ ਕਰਦੇ ਆ ਕਿ ਇਹ ਮੁੱਦਾ ਸੱਚਮੁੱਚ ਵੱਡਾ ਮੁੱਦਾ ਜੀ? ਕਿ ਜਦੋਂ ਆਪਾਂ ਅਸੌਲਟ ਰਾਈਫਲ ਜਿਹੜੀਆਂ ਨੇ ਉਹ ਬੈਨ ਕੀਤੀਆਂ ਹੈਗੀਆਂ ਨੇ ਮਿਲਟਰੀ ਸਟਾਈਲ, ਉਹ ਬੈਨ ਕਰਨ ਦਾ ਕਾਰਨ ਹੀ ਇਹ ਸੀਗਾ ਕਿ ਮੇਕ ਸ਼ੋਰ ਕੀਤਾ ਜਾਵੇ ਕਿ ਆਮ ਕ੍ਰਿਮੀਨਲ ਦੇ ਹੱਥ ਜਿਹੜੀਆਂ ਨੇ ਉਹ ਨਾ ਲੱਗਣ। ਫੈਮਿਲੀ ਰੀਯੂਨੀਫਿਕੇਸ਼ਨ ਦੀ ਹਮੇਸ਼ਾ ਗੱਲ ਕਰਦੀ ਹੈ ਕੈਨੇਡਾ। ਇਹ ਨਹੀਂ ਚਾਹੁੰਦੀ ਕਿ ਪਰਿਵਾਰ ਵਿਛੜੇ ਰਹਿਣ, ਇਹ ਨਹੀਂ ਕਿ ਹਸਬੈਂਡ ਇੱਥੇ ਹੋਵੇ, ਵਾਈਫ ਕਿਸੇ ਹੋਰ ਮੁਲਕ 'ਚ ਹੋਵੇ ਜਾਂ ਮਾਪੇ ਕਿਤੇ ਹੋਰ ਹੋਣ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਆ ਕਿ ਮਾਪੇ ਕਿਤੇ ਹੋਰ ਰਹਿੰਦੇ ਆ, ਪੰਜਾਬ 'ਚ ਰਹਿੰਦੇ ਆ ਜਾਂ ਕਿਸੇ ਹੋਰ ਸੂਬੇ 'ਚ ਰਹਿੰਦੇ ਆ। ਉਹਨਾਂ ਵਾਸਤੇ ਵੀ ਸਮੇਂ-ਸਮੇਂ ਤੇ ਉਪਰਾਲੇ ਹੁੰਦੇ ਆ। ਫਸਟ ਪ੍ਰਾਇੋਰਟੀ ਗਵਰਨਮੈਂਟ ਦੀ, ਲਿਬਰਲ ਗਵਰਨਮੈਂਟ ਜਦੋਂ ਬਣੇ ਆ, ਉਹ ਇਹ ਸੀਗੀ ਕਿ ਅਸੀਂ ਜਿਹੜੀ ਆ ਉਹ ਫੈਮਿਲੀਜ਼ ਨੂੰ ਕਿਸ ਤਰੀਕੇ ਨਾਲ ਇਕੱਠਾ ਕਰ ਸਕਦੇ ਹੈਗੇ। ਬਿਲਕੁਲ ਤਦੇ ਉਹੀ ਇਸ਼ੂ ਨੇ ਜੀ ਆਪਣੇ ਜਿਹੜੇ ਤੁਹਾਡੇ ਨਾਲ ਖਾਸ ਤੌਰ ਤੇ ਸਿੱਧੇ ਤਾਲੁਕ ਰੱਖਦੇ ਆ। ਹਾਂਜੀ, ਕਿਉਂਕਿ ਦੇਖੋ ਨਾ, ਚਾਹੇ ਉਹ ਵਿਲ ਬਲੇਅਰ ਉਹਨਾਂ ਦੀ ਗੱਲ ਕਰ ਲਈਏ, ਚਾਹੇ ਉਹ ਇਮੀਗ੍ਰੇਸ਼ਨ ਦੀ ਵੀ ਜਿਹੜੀ ਮੇਜਰ ਅਨਾਉਂਸਮੈਂਟ ਹੋਈ ਆ, ਔਰ ਇਹ ਹਿਸਟਰੀ ਦੇ ਵਿੱਚ 30,000 ਪੇਰੈਂਟਸ ਦੀ ਐਪਲੀਕੇਸ਼ਨ ਜਿਹੜੀ ਆ ਇੱਕੋ ਸਾਲ ਚ ਲੈਣੀ। ਸਾਡੇ ਤੱਕ ਕਈ ਲੋਕਾਂ ਨੇ ਆ ਕੇ ਇੱਥੇ ਫੋਨ ਕੀਤੇ ਕਿ ਅਸੀਂ ਸੋਚਦੇ ਨਹੀਂ ਸੀ, ਕਦੇ ਸੁਪਨਾ ਵੀ ਨਹੀਂ ਸੀ ਲੈਂਦੇ ਕਿ ਸਾਨੂੰ PR ਮਿਲ ਜੂ, ਕਿਉਂਕਿ ਉਹਨਾਂ ਕੋਲ ਵਿਚਾਰਾਂ ਕੋਲ ਕਈ ਕੋਲੋਂ ਆਇਲਟਸ ਨਹੀਂ ਸੀ ਹੁੰਦੀ, ਕਈ ਵਾਰੀ ਉਹ ਉਸ ਤਰੀਕੇ ਤੱਕ ਓਡਾ ਵੱਡਾ ਸਕੋਰ ਨਹੀਂ ਸੀ ਲੈ ਸਕਦੇ। ਆ 75 ਵਾਲਾ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਕੈਨੇਡੀਅਨ ਇਤਿਹਾਸ ਦੇ ਵਿੱਚ ਹਿਸਟਰੀ 'ਚ ਸ਼ਾਇਦ ਇਹ ਹਿਸਟਰੀ ਹੋ ਰਹੇ। ਹਰ ਇੱਕ ਨਵਾਂ ਇਮੀਗ੍ਰੈਂਟ ਆ ਜਿਹੜਾ, ਉਹਨੂੰ ਜੇ ਸਕਸੈਸ ਹੋਣਾ ਹੈ, ਸਕਸੀਡ ਹੋਣਾ ਹੈਗਾ, ਉਹਦੇ ਲਈ ਜੇ ਉਹਦੇ ਪੇਰੈਂਟਸ ਇੱਥੇ ਹੋਣਗੇ ਨਾ, ਰਾਈਟ, ਉਹਦੇ ਸਕਸੈਸ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਹੈਗੇ ਆ। ਜਦੋਂ ਆਇਲ ਦਾ ਸਕੋਰ ਦਾ ਰਿਜ਼ਲਟ ਆ ਗਿਆ ਜਾਂ ਜਿਹਦੇ ਦਾਖਲਾ ਮਿਲ ਗਿਆ, ਉਦੋਂ ਤੀਜੇ ਚੌਥੇ ਦਿਨ ਵਿਆਹ ਹੋ ਜਾਂਦਾ। ਉਹ ਹੁਣ ਜਦੋਂ ਇਮੀਗ੍ਰੇਸ਼ਨ ਆਫਿਸਰ ਦੇਖ ਰਿਹਾ ਤਾਂ ਉਹਨਾਂ ਦੀਆਂ ਫਾਈਲਸ ਨੂੰ ਕਲੀਅਰ ਨਹੀਂ ਕਰ ਰਿਹਾ। ਉਹ ਕਹਿੰਦਾ ਵੀ ਮੈਨੂੰ ਇਹ ਲੱਗਦਾ ਇਹ ਸ਼ੱਕੀ ਲੱਗਦਾ, ਮੈਨੂੰ ਇਹ ਲੱਗਦਾ ਕਿ ਤੁਸੀਂ ਜਿਹੜਾ ਇਹ ਵਿਆਹ ਵਾ ਸਿਰਫ ਤੇ ਸਿਰਫ ਕੈਨੇਡਾ ਦੇ ਵਿੱਚ ਕੰਟਰੈਕਟ ਮੈਰਿਜ ਹੈ ਜਾਣ ਵਾਸਤੇ ਕਰਾਈ ਸੀ। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ। ਇਸ ਮੁਲਾਕਾਤ ਦੇ ਵਿੱਚ ਤੁਹਾਡੇ ਜਾਣੇ ਪਹਿਚਾਣੇ ਲੀਡਰ ਨੇ, ਸ਼ਖਸੀਅਤ ਨੇ, 4 ਟਰਮਾਂ ਦੇ ਉਹ ਮੈਂਬਰ ਪਾਰਲੀਮੈਂਟ ਨੇ। ਇੱਕ ਵਾਰੀ ਮੈਂਬਰ ਪਾਰਲੀਮੈਂਟ ਬਣਨਾ ਵੀ ਔਖਾ ਹੋਇਆ ਕਰਦਾ ਹੈ। ਵਾਰ-ਵਾਰ ਜੇਕਰ ਕਿਸੇ ਵਿਅਕਤੀ ਨੂੰ ਲੋਕ ਦੁਬਾਰਾ ਚੁਣਦੇ ਹੈ, ਉਹਨਾਂ ਦੇ ਉੱਤੇ ਦੁਬਾਰਾ ਫੇਰ ਵਿਸ਼ਵਾਸ ਦਾ ਪ੍ਰਗਟਾਵਾ ਕਰਦੇ ਹੈ, ਤਾਂ ਸ਼ਾਇਦ ਉਹਨਾਂ ਵਿੱਚ ਕੋਈ ਗੱਲ ਹੁੰਦੀ ਹੋਣੀ ਹੈ। ਸੋ ਅੱਜ ਉਹੀ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਸਾਹਿਬ ਸਾਡੇ ਮਹਿਮਾਨ ਰਹਿਣਗੇ। ਸਰੀ ਨਿਊਟਨ ਤੋਂ ਤੁਹਾਡੀ ਨੁਮਾਇੰਦਗੀ ਕਰਦੇ ਹੈ। ਪਰ ਇਕੱਲੇ ਮੈਂ ਕਈ ਵਾਰ ਮਹਿਸੂਸ ਕਰਦਾ ਕਿ ਸਰੀ ਨਿਊਟਨ ਨਹੀਂ, ਉਹਨਾਂ ਦੇ ਦਫ਼ਤਰ ਦੇ ਵਿੱਚ ਆਲੇ ਦੁਆਲੇ ਦੀਆਂ ਰਾਈਡਿੰਗਸ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਵੇਖੇ ਜਾਂਦੇ ਹੈ। ਉਹ ਕਿਉਂ ਆਉਂਦੇ ਹੈ, ਮਸਲਾ ਇਹ ਵੀ ਵਿਚਾਰਨ ਵਾਲਾ ਹੈ, ਉਹਨਾਂ ਤੋਂ ਪੁੱਛਿਆ ਜਾਏਗਾ। ਇਮੀਗ੍ਰੇਸ਼ਨ ਦੇ ਨਾਲ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਨ੍ਹਾਂ ਨੂੰ ਲੈ ਕੇ ਅਕਸਰ ਲੋਕਾਂ ਦੇ ਵਿੱਚ ਤਤਪਰਤਾ ਰਹਿੰਦੀ ਹੈ। ਸੋ ਬਹੁਤ ਸਾਰੇ ਮੁੱਦੇ ਨੇ, ਅਹਿਮ ਮੁੱਦੇ ਨੇ, ਖਾਸ ਕਰਕੇ ਸਰੀ ਦੇ ਵਿਕਾਸ ਦੀ ਗੱਲ ਹੈ, ਉਹਨਾਂ ਦੀ ਰਾਈਡਿੰਗ ਦੀ ਗੱਲ ਹੈ, ਨਸ਼ਿਆਂ ਦੀ ਗੱਲ ਹੈ, ਇਹਦੇ ਨਾਲ ਨਾਲ ਚੱਲਦੀਆਂ ਗੋਲੀਆਂ ਦੀ ਗੱਲ ਹੈ। ਮੁੱਦੇ ਬੜੇ ਗੰਭੀਰ ਹੋਇਆ ਕਰਦੇ ਹੈ। ਤਾਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਅੱਜ ਸਾਡੀ ਵਿਚਾਰ ਚਰਚਾ ਆਧਾਰਿਤ ਰਹੇਗੀ। ਆਓ ਸਭ ਤੋਂ ਪਹਿਲਾਂ ਸੁਖ ਧਾਲੀਵਾਲ ਸਾਹਿਬ ਦਾ ਸਵਾਗਤ ਕਰਦੇ ਹਾਂ। ਧਾਲੀਵਾਲ ਸਾਹਿਬ ਜੀ ਆਇਆਂ, ਸਤਿ ਸ਼੍ਰੀ ਅਕਾਲ। ਸਰਦਾਰ ਬੈਨੀਪਾਲ ਜੀ, ਮੇਰੇ ਵੱਲੋਂ ਤੁਹਾਨੂੰ ਸਾਂਝਾ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਧੰਨਵਾਦ। ਤੁਸੀਂ ਕਿਹਾ ਕਿ ਚੌਥੀ ਵਾਰ ਜਿਹੜਾ ਵਾ ਕੈਨੇਡੀਅਨ ਲੋਕਾਂ ਨੇ, ਸਰੀ ਨਿਊਟਨ ਦੇ ਲੋਕਾਂ ਨੇ ਜਿਹੜਾ ਮੇਰੇ 'ਚ ਵਿਸ਼ਵਾਸ ਜਿਹੜਾ ਵਾ ਉਹ ਪਾਇਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਪ੍ਰਿਵਿਲੇਜ ਦਿੱਤੀ ਹੈਗੀ। ਬਿਲਕੁਲ, ਇਹ ਬੜਾ ਔਖਾ ਹੈ ਜੀ। ਆਮ ਤੌਰ 'ਤੇ ਜਦੋਂ ਆਪਾਂ ਇੱਕ ਵਾਰੀ ਮੈਂਬਰ ਪਾਰਲੀਮੈਂਟ, ਪਿੰਡ ਦਾ ਪੰਚ ਬਣਨਾ ਦੁਬਾਰਾ ਔਖਾ ਹੋ ਜਾਂਦਾ ਜੀ, ਕਿਉਂਕਿ ਕਈ ਵਾਰੀ ਹੁੰਦਾ ਕਿ ਸਾਨੂੰ ਕਿਸੇ ਨੂੰ ਚੰਗਾ, ਕਿਸੇ ਨੂੰ ਮਾੜਾ, ਸਾਰਿਆਂ ਦੇ ਕੰਮ ਹੁੰਦੇ ਵੀ ਨਹੀਂ। ਫਿਰ ਕਈ ਵਾਰੀ ਉਹ ਤੁਹਾਡੀ ਵਿਰੋਧਤਾ ਦਾ ਕਾਰਨ ਵੀ ਬਣਦਾ ਹੈ। ਖੈਰ, ਮੈਨੂੰ ਇਹ ਦੱਸਿਓ ਜੀ, 4 ਵਾਰ ਦੇ ਤੁਸੀਂ ਮੈਂਬਰ ਪਾਰਲੀਮੈਂਟ ਹੋ। ਚੋਣਾਂ ਕਿਸੇ ਵੇਲੇ ਵੀ, ਕਿਸੇ ਵਕਤ ਵੀ ਅਨਾਉਂਸਮੈਂਟ ਹੋ ਸਕਦੀ ਹੈ, ਉਹ ਹਾਲੇ ਭਵਿੱਖ ਦੀ ਕੁੱਖ ਵਿੱਚ ਹੈ। ਜੇ ਆਪਾਂ ਤੁਹਾਡੀ ਰਾਈਡਿੰਗ ਤੋਂ ਸ਼ੁਰੂ ਕਰੀਏ ਤੇ ਫਿਰ ਆਪਾਂ ਸਮੁੱਚੇ ਸਰੀ ਦੀ ਗੱਲ ਕਰਾਂਗੇ। ਸਰੀ ਨਿਊਟਨ ਹਲਕਾ ਉਹ ਹਲਕਾ ਜਿੱਥੇ ਆਪਣੇ ਭਾਈਚਾਰੇ ਦੀ ਗਿਣਤੀ ਵੀ ਵਿਸ਼ੇਸ਼ ਤੌਰ 'ਤੇ ਕਾਫੀ ਜ਼ਿਕਰਯੋਗ ਹੈ। ਜੇ ਇਕੱਲੇ ਉਹ ਨਹੀਂ ਤਾਂ ਹਰਾਉਣ ਜਿਤਾਉਣ ਦੇ ਵਿੱਚ ਉਹਨਾਂ ਦਾ ਵੱਡਾ ਹੱਥ ਹੋ ਸਕਦਾ। ਆਪਣੇ ਭਾਈਚਾਰੇ ਦੇ ਵਿੱਚ ਅਕਸਰ ਹੁੰਦਾ ਕਿ ਬੱਚੇ ਜੀ ਡਰੱਗ ਗੈਂਗ ਦੇ ਵਿੱਚ ਚਲੇ ਗਏ, ਨਸ਼ਿਆਂ ਵਿੱਚ ਚਲੇ ਗਏ। ਹਮੇਸ਼ਾ ਇਹ ਮੁੱਦਾ ਭਖਦਾ ਵੀ ਰਹਿੰਦਾ ਹੈ।
ਤੁਹਾਡੇ ਤੱਕ ਕਿੰਨੇ ਕੁ ਮਾਪੇ ਅਪਰੋਚ ਕਰਦੇ ਆ ਜਾਂ ਨੌਜਵਾਨ ਅਪਰੋਚ ਕਰਦੇ ਆ ਕਿ ਇਹ ਮੁੱਦਾ ਸੱਚਮੁੱਚ ਵੱਡਾ ਮੁੱਦਾ ਜੀ? ਦੇਖੋ, ਅਪਰੋਚ ਤਾਂ ਬਿਲਕੁਲ ਨਹੀਂ ਕੀਤਾ, ਪਰ ਜਾਣੀ ਜਦੋਂ ਵੀ ਆਪਾਂ ਜਾਣਦੇ ਹੈਗੇ ਆ ਕਿਸੇ ਵੀ ਫੰਕਸ਼ਨ 'ਚ ਜਾਂ ਕਿਤੇ ਵੀ ਕਿਸੇ ਨਾਲ ਬੈਠਦੇ ਹੈਗੇ ਆ, ਇਹ ਇਸ਼ੂ ਜਿਹੜਾ ਉੱਭਰ ਕੇ ਸਾਹਮਣੇ ਜਿਹੜਾ ਹੈਗਾ ਉਹ ਆਉਂਦਾ ਹੈਗਾ ਵੀ ਇਹ ਇੱਕ ਮਹੱਤਵਪੂਰਨ ਜਿਹੜਾ ਇਹ ਵਿਸ਼ਾ ਹੈਗਾ, ਜਿਹੜਾ ਗੈਂਗਸ ਐਂਡ ਗਨਸ ਦਾ ਜਿਹੜਾ ਹੈਗਾ, ਸੋ ਉਹਨੂੰ ਡੀਲ ਕਰਨਾ ਜਿਹੜਾ ਹੈਗਾ ਇਹ ਇੱਕ ਬਹੁਤ ਹੀ ਜ਼ਰੂਰੀ ਤੇ ਅਹਿਮ ਜਿਹੜਾ ਹੈਗਾ ਉਹ ਫੈਸਲਾ ਲੈਣ ਵਾਲੀ ਗੱਲ ਹੈਗੀ। ਬਿਲਕੁਲ, ਇਹ ਮੈਂ ਵੈਸੇ ਤੁਹਾਡੇ ਤੋਂ ਇਹ ਗੱਲ ਸੁਣ ਕੇ ਬਹੁਤ ਆਪਣੇ ਆਪ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਕਿ ਆਮ ਤੌਰ ਤੇ ਅਸੀਂ ਕਿਸੇ ਗਲੀ ਚਲੇ ਜਾਈਏ, ਕਿਸੇ ਸਾਹਿਤ ਸਭਾ ਚਲੇ ਜਾਈਏ, ਕਿਸੇ ਮਹਿਫਲ ਚਲੇ ਜਾਈਏ, ਉੱਥੇ ਹਮੇਸ਼ਾ ਗੱਲ ਹੁੰਦੀ ਹੈ। ਬਿਲਕੁਲ ਸਹੀ ਹੈ। ਪਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਦਫ਼ਤਰ ਦੇ ਵਿੱਚ ਆ ਕੇ ਕਿਸੇ ਨੇ ਇਸ ਗੱਲ ਦਾ ਕਦੀ ਜ਼ਿਕਰ ਹੀ ਨਹੀਂ ਕੀਤਾ। ਬਿਲਕੁਲ ਨਹੀਂ, ਕਿਉਂਕਿ ਬਹੁਤ ਘੱਟ ਜਿਹੜਾ ਇਸ ਗੱਲ ਬਾਰੇ ਜਿਹੜਾ ਉਹ ਜ਼ਿਕਰ ਕੀਤਾ, ਔਰ ਜਿਹੜਾ ਮੈਜੋਰਿਟੀ ਜਿਹੜਾ ਹੈਗਾ ਉਹ ਜਦੋਂ ਮੈਂ ਗ੍ਰਾਸ ਰੂਟਸ, ਕਿਉਂਕਿ ਤੁਹਾਨੂੰ ਪਤਾ ਕਿ ਮੈਂ ਹਮੇਸ਼ਾ ਕਮਿਊਨਿਟੀ 'ਚ ਤਾਂ ਇਨਵੋਲਵ ਰਹਿਣਾ, 24/7 ਜਿਹੜਾ ਵਾ ਉਹ ਕੰਮ ਚੱਲਦਾ, ਉਹਦੇ ਵਿੱਚ ਜਦੋਂ ਲੋਕਾਂ ਨਾਲ ਗੱਲ ਕਰਦੇ ਹੈਗੇ ਆ ਤਾਂ ਉਸ ਵੇਲੇ ਜਿਹੜਾ ਹੈਗਾ ਜੇ ਮੁੱਦਾ ਉੱਭਰ ਕੇ ਸਾਹਮਣੇ ਆਉਂਦਾ ਤਾਂ ਇਹ ਜਿਹੜਾ ਮੁੱਦਾ ਤੁਹਾਨੂੰ ਮੈਂ ਦੱਸਿਆ ਕਿ ਇੱਕ ਅਹਿਮ ਮੁੱਦਾ ਹਮੇਸ਼ਾ ਜਿਹੜਾ ਉਹ ਸਾਹਮਣੇ ਉੱਭਰ ਕੇ ਆਇਆ ਹੈਗਾ। ਪਰ ਇਹਦੇ ਲਈ ਤੁਸੀਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਸਮੇਂ-ਸਮੇਂ ਤੇ ਆਵਾਜ਼ ਪਹੁੰਚਾਉਂਦੇ ਰਹਿੰਦੇ ਹੋ ਤਾਂ ਕਿ ਪਬਲਿਕ ਸੇਫਟੀ ਮਿਨਿਸਟਰ ਦੇ ਨਾਲ ਜਾਂ ਹੋਰ, ਤਾਂ ਕਿ ਇਹਨੂੰ ਨੱਥ ਪਾਈ ਜਾ ਸਕੇ ਜੀ? ਬਿਲਕੁਲ ਸਹੀ ਹੈ, ਕਿਉਂਕਿ ਦੇਖੋ ਇਹਦੇ ਲਈ ਕੀ ਹੈਗਾ, ਜਦੋਂ ਇਸ ਵੇਲੇ ਸਰੀ ਜਿਹੜਾ ਹੈਗਾ, ਹੁਣੇ ਅਜੇ ਰੀਸੈਂਟਲੀ ਜਿਹੜੇ ਮਿਨਿਸਟਰ ਬਿਲ ਕਲੀਅਰ ਨੇ ਉਹ ਪਿਛਲੇ ਹਫਤੇ ਹੋ ਕੇ ਇੱਥੇ ਗਏ ਹੈਗੇ ਆ, ਉਹਦੇ ਵਿੱਚ ਅਸੀਂ ਤਿੰਨੇ ਮੈਂਬਰਸ ਆਫ ਪਾਰਲੀਮੈਂਟ, ਰਣਦੀਪ, ਮਾਈਸੈਲਫ, ਕੈਨ, ਪਲੱਸ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਸੀਗੀਆਂ ਉਹ ਡੀਲ ਕਰ ਰਹੀਆਂ ਹੈਗੀਆਂ ਗਰਾਊਂਡ ਦੇ ਉੱਤੇ, ਜੇ ਬੱਚਿਆਂ ਨੂੰ ਜਿਨ੍ਹਾਂ ਨੂੰ ਇਹ ਇਸ਼ੂ ਫੇਸ ਕਰਦੇ ਹੈਗੇ ਉਹਨਾਂ ਨੂੰ ਐਜੂਕੇਟ ਕਰਨਾ, ਉਹਨਾਂ ਦੀ ਜਿਹੜੀ ਆ ਪ੍ਰੀਵੈਂਸ਼ਨ ਦੇ ਲਈ ਕੰਮ ਕਰਨਾ, ਉਹ ਸੀ। ਔਰ ਮੇਅਰ ਐਂਡ ਕਾਉਂਸਲਰ ਲਿੰਡਾ ਐਨਐਸ ਸੀਗੇ ਉੱਥੇ, ਇਹ ਹੁਣੇ ਮੀਟਿੰਗ ਜਿਹੜੀ ਆ ਉਹ ਹੋ ਕੇ ਹਟੀ ਹੈਗੀ ਆ। ਔਰ ਨਾਲ ਹੀ ਇਹ ਜਿਹੜਾ ਹੈਗਾ ਜਦੋਂ ਵੀ ਸਮੇਂ-ਸਮੇਂ 'ਤੇ ਆਇਆ ਹੈਗਾ ਇਹ ਮੁੱਦਾ ਜਿਹੜਾ ਚੱਕ ਕੇ ਅਸੀਂ ਹਮੇਸ਼ਾ ਜਿਹੜਾ ਫਰੰਟ ਬਰਨਰ 'ਤੇ ਲਿਆਂਦਾ। ਇਹੀ ਕਾਰਨ ਸੀਗਾ ਕਿ ਜਦੋਂ ਆਪਾਂ ਅਸੌਲਟ ਰਾਈਫਲ ਜਿਹੜੀਆਂ ਨੇ ਉਹ ਬੈਨ ਕੀਤੀਆਂ ਹੈਗੀਆਂ ਨੇ ਮਿਲਟਰੀ ਸਟਾਈਲ, ਉਹ ਬੈਨ ਕਰਨ ਦਾ ਕਾਰਨ ਹੀ ਇਹ ਸੀਗਾ ਕਿ ਮੇਕ ਸ਼ੋਰ ਕੀਤਾ ਜਾਵੇ ਕਿ ਆਮ ਕ੍ਰਿਮੀਨਲ ਦੇ ਹੱਥ ਜਿਹੜੀਆਂ ਨੇ ਉਹ ਨਾ ਲੱਗਣ, ਠੀਕ ਹੈ ਨਾ। ਔਰ ਦੂਸਰਾ ਇਹ ਸੀਗਾ, ਔਰ ਪ੍ਰਧਾਨ ਮੰਤਰੀ ਨੇ ਬਿਲਕੁਲ ਕਲੀਅਰ ਲਫ਼ਜ਼ਾਂ 'ਚ ਕਿਹਾ ਵੀ ਜੇ ਮੇਅਰ ਜਿਹੜੇ ਨੇ ਸਿਟੀਜ਼ ਦੇ ਉਹ ਚਾਹਣਗੇ ਕਿ ਹੈਂਡਗਨਸ ਨੂੰ ਉਹ ਬੈਨ ਕਰਨਾ ਚਾਹੁੰਦੇ ਨੇ ਤਾਂ ਫੈਡਰਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਉਹਨਾਂ ਦਾ ਸਾਥ ਦੇਊਗੀ। ਔਰ ਉਹਦੇ ਨਾਲ ਹੀ ਇੱਕ ਹੋਰ ਹੈ ਕਿ ਇੱਕ ਲੈਜਿਸਲੇਸ਼ਨ ਲਿਆਂਦਾ ਤਾਂ ਕਿ ਜੇ ਕਿਸੇ ਨੇ ਹੁਣ ਗਨ ਲਾਇਸੈਂਸ ਲੈਣਾ ਹੈਗਾ ਉਹਦੀ ਜਿਹੜੀ ਹੈਗੀ ਆ ਪੂਰੀ ਘੋਗ ਛਾਣਬੀਣ ਜਿਹੜੀ ਆ ਉਹ ਚੰਗੀ ਤਰ੍ਹਾਂ ਕੀਤੀ ਜਾਊ, ਤਾਂ ਉਹਨੂੰ ਜਿਹੜਾ ਹੈਗਾ ਉਹਦਾ ਜਿਹੜਾ ਗਨ ਲਾਇਸੈਂਸ ਜਿਹੜਾ ਉਹ ਮਿਲਦਾ ਹੈ। ਇਹ ਤਾਂ ਹੈ ਸੀ ਜਿਹੜੀ ਕੰਟਰੋਲ ਦੀ ਗੱਲ ਕਰਦੇ ਹੈਗੇ। ਔਰ ਦੂਸਰਾ ਹੈ ਪ੍ਰੀਵੈਂਸ਼ਨ ਦੇ ਲਈ, ਉਹਦੇ ਵਿੱਚ ਸਾਨੂੰ ਲੋੜੀਂਦੇ ਜਿਹੜੇ ਸੀਗੇ ਪੈਸੇ ਪਾਉਣੇ ਪੈਣੇ ਸੀਗੇ, RCMP ਚਾਹੀਦੀ, ਕਿਉਂਕਿ ਜਿਹੜੀਆਂ ਗਨਸ ਜਿਹੜੀਆਂ ਬਾਹਰੋਂ ਇੱਥੇ ਇੰਪੋਰਟ ਹੋ ਰਹੀਆਂ, ਔਰ ਉਹਦੇ ਲਈ CBSA ਆਫਿਸਰ ਚਾਹੀਦੇ ਸੀ। ਉਹਨਾਂ ਦੇ ਲਈ ਜਿਹੜੇ ਸੀਗੇ ਜੋ ਬਣਦੇ ਫੰਡ ਸੀਗੇ ਉਹ ਪਾਏ ਤਾਂ ਕਿ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵਧੇ, ਤਾਂ ਕਿ ਉਹਨਾਂ ਨੂੰ ਉਹ ਜਿਹੜੀ ਆ ਅਸੀਂ ਰੋਕਥਾਮ ਜਿਹੜੀ ਆ ਉਹ ਪਾ ਸਕੀਏ। ਨਾਲ ਹੀ ਜਿਸ ਤਰ੍ਹਾਂ ਦੱਸਿਆ ਮੈਂ ਕਿ ਜਿਹੜਾ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਜਿਹੜੀ ਹੈਗੀ ਆ ਉਹ ਫੰਡਿੰਗ ਜਿਹੜੀ ਸੀ ਦਿੱਤੀ, ਔਰ ਉਸ ਤੋਂ ਬਾਅਦ ਜਿਹੜੀ ਆ ਸਿਟੀ ਨੂੰ ਜਿਹੜੀ ਸੀ ਸਰੀ ਨੂੰ ਫੰਡਿੰਗ ਮਿਲੀ। ਉਹ 'ਚ ਕਈ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਨੇ ਗਰਾਊਂਡ ਵਰਕ ਕੀਤਾ, ਔਰ ਪੋਜ਼ੀਟਿਵ ਇੰਪੈਕਟ ਜਿਹੜਾ ਹੈਗਾ ਉਹ ਜਿਹੜੇ ਨੇ 18 ਸਾਲ ਦੇ ਬੱਚਿਆਂ ਤੱਕ ਜਿਹੜਾ ਹੈਗਾ ਵਾ ਉਹਦੇ 'ਤੇ ਉਹਨਾਂ ਨੇ ਮੇਕ ਕੀਤਾ ਹੈਗਾ। ਉਹ ਰੀਸੈਂਟਲੀ ਅਸੀਂ ਜਿਹੜਾ ਸੀਗਾ ਉਹ ਸਾਰੀਆਂ ਆਰਗੇਨਾਈਜੇਸ਼ਨ ਆਈਆਂ ਸੀ, ਬਿਲ ਬਲੇਅਰ ਉਹਨਾਂ ਨੇ ਪ੍ਰੋਗਰੈਸ ਰਿਪੋਰਟ ਜਿਹੜੀ ਸੀ ਆਪਣੀ ਉਹ ਦਿੱਤੀ। ਅੱਛਾ, ਹੁਣ ਦੱਸਿਓ ਦੂਸਰਾ ਅਹਿਮ ਮੁੱਦਾ ਇਮੀਗ੍ਰੇਸ਼ਨ ਦਾ ਹਮੇਸ਼ਾ ਹੀ ਬਰਨਿੰਗ ਇਸ਼ੂ ਰਹਿੰਦਾ। ਜਦੋਂ ਅਸੀਂ ਕੈਨੇਡਾ ਦੇ ਵਿੱਚ ਪ੍ਰਵਾਸ ਕਰਦੇ ਹਾਂ, ਕੈਨੇਡਾ ਦੀਆਂ ਅਸੀਂ ਕਦਰਾਂ ਕੀਮਤਾਂ ਬਾਕੀ ਮੁਲਕਾਂ ਦੇ ਮੁਕਾਬਲਤਨ ਦੇਖਦੇ ਹਾਂ ਕਿ ਚੰਗੀਆਂ ਨੇ, ਚੰਗੀਆਂ ਪਿਰਤਾਂ ਨੇ। ਫੈਮਿਲੀ ਰੀਯੂਨੀਫਿਕੇਸ਼ਨ ਦੀ ਹਮੇਸ਼ਾ ਗੱਲ ਕਰਦੀ ਹੈ ਕੈਨੇਡਾ। ਇਹ ਨਹੀਂ ਚਾਹੁੰਦੀ ਕਿ ਪਰਿਵਾਰ ਵਿਛੜੇ ਰਹਿਣ, ਇਹ ਨਹੀਂ ਕਿ ਹਸਬੈਂਡ ਇੱਥੇ ਹੋਵੇ, ਵਾਈਫ ਕਿਸੇ ਹੋਰ ਮੁਲਕ 'ਚ ਹੋਵੇ ਜਾਂ ਮਾਪੇ ਕਿਤੇ ਹੋਰ ਹੋਣ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਆ ਕਿ ਮਾਪੇ ਕਿਤੇ ਹੋਰ ਰਹਿੰਦੇ ਆ, ਪੰਜਾਬ 'ਚ ਰਹਿੰਦੇ ਆ ਜਾਂ ਕਿਸੇ ਹੋਰ ਸੂਬੇ 'ਚ ਰਹਿੰਦੇ ਆ, ਉਹਨਾਂ ਵਾਸਤੇ ਵੀ ਸਮੇਂ-ਸਮੇਂ 'ਤੇ ਉਪਰਾਲੇ ਹੁੰਦੇ ਆ ਜੀ। ਇਹ ਤੁਸੀਂ ਬਿਲਕੁਲ ਜਿਹੜਾ ਕਹਿੰਦੇ ਨਹੀਂ ਵੀ ਸਹੀ ਨੇਲ ਦੇ ਉਹਦੇ ਹੈਡ ਦੇ ਉੱਤੇ ਮਾਰੀ ਜਿਹੜਾ ਥੋੜਾ ਸੱਟ, ਉਹ ਇਹ ਹੈਗੀ ਕਿਉਂਕਿ ਜਿਹੜੇ ਸਾਡੀ ਫਸਟ ਪ੍ਰਾਇੋਰਟੀ ਗਵਰਨਮੈਂਟ ਦੀ, ਲਿਬਰਲ ਗਵਰਨਮੈਂਟ ਜਦੋਂ ਬਣੇ ਆ, ਉਹ ਇਹ ਸੀਗੀ ਕਿ ਅਸੀਂ ਜਿਹੜੀ ਆ ਉਹ ਫੈਮਿਲੀਜ਼ ਨੂੰ ਕਿਸ ਤਰੀਕੇ ਨਾਲ ਇਕੱਠਾ ਕਰ ਸਕਦੇ ਹੈਗੇ ਆ, ਠੀਕ ਹੈ ਨਾ। ਜਦੋਂ ਆਪਾਂ ਕੰਜ਼ਰਵੇਟਿਵ ਪਾਰਟੀ ਜਦੋਂ ਇਨ ਪਾਵਰ ਸੀਗੀ, ਉਹ ਸਾਨੂੰ ਪਤਾ ਸੀ ਜਿਹੜੇ ਸਪਾਊਸਲ ਕੇਸ ਸੀ ਉਹ ਤਕਰੀਬਨ 3-3 ਸਾਲ ਉਹਨਾਂ ਨੂੰ ਲੱਗਦਾ ਸੀਗੇ। ਔਰ ਅਸੀਂ ਇੱਕ ਕਿਹਾ ਸੀ ਆ ਕੇ ਵੀ ਹਰ ਇੱਕ ਕੇਸ ਜਿਹੜਾ ਹੈਗਾ 99% ਉਹਦੀ ਕੇਸਿਸ ਜਿਹੜੇ ਕੋਈ ਕੰਪਲੈਕਸ ਕੇਸ ਨਹੀਂ ਹੈਗਾ, ਉਹ ਜਿਹੜੇ ਨੇ 1 ਸਾਲ ਦੇ ਵਿੱਚ ਉਹਨਾਂ ਦਾ ਫੈਸਲਾ ਜਿਹੜਾ ਸੀ ਉਹ ਕੀਤਾ
ਜਾਏਗਾ। ਈਵਨ ਕੋਵਿਡ ਦੇ ਦੌਰਾਨ ਵੀ ਜਦੋਂ ਦੇਖੀਏ ਦਸੰਬਰ ਦੇ ਵਿੱਚ ਹੀ ਪਿਛਲੇ ਤਕਰੀਬਨ 50,000 ਜਿਹੜੇ ਸੀ ਸਪਾਊਸਲ ਕੇਸ ਜਿਹੜੇ ਸੀ ਉਹ ਪ੍ਰੋਸੈਸ ਕੀਤੇ। ਉਸ ਤੋਂ ਬਾਅਦ ਆ ਗਈ ਤੁਸੀਂ ਜਿਹੜੀ ਗੱਲ ਕੀਤੀ ਆ ਫੈਮਿਲੀ ਰੀਯੂਨੀਫਿਕੇਸ਼ਨ, ਔਰ ਜਿਹਦੇ ਵਿੱਚ ਪੇਰੈਂਟਸ ਦੀ ਗੱਲ ਹੈਗੀ ਆ। ਜਿਹੜੀ ਪੇਰੈਂਟਸ ਹੈਗਾ ਨਾ, ਇਹ ਹੁਣ ਕੋਈ ਸੋਸ਼ਲ ਨੀਤੀ ਨਹੀਂ ਰਹੀ ਸਰਦਾਰ ਬੈਨੀਪਾਲ ਜੀ, ਹੁਣ ਇਹ ਇਕਨੋਮਿਕ ਨੀਤੀ ਬਣ ਗਈ ਆ। ਕਿਉਂਕਿ ਜੇ ਅਸੀਂ ਦੇਖਦੇ ਹੈਗੇ ਸਾਡੇ ਜੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇੱਥੇ ਆਏ, ਨੰਬਰ 1 ਉਹਨਾਂ ਨੇ ਜਿਹੜੀ ਸੀ ਅਰਲੀ ਚਾਈਲਡ ਕੇਅਰ ਲਰਨਿੰਗ ਦੀ ਗੱਲ ਕਰਦੇ ਆ, ਉਹ ਵੀ ਪ੍ਰੋਵਾਈਡ ਕਰਦੇ ਸੀ। ਔਰ ਦੂਸਰਾ ਜਿਹੜੀਆਂ ਸਾਡੀਆਂ ਜੌਬਸ ਸੀਗੀਆਂ ਅੱਜ ਕੱਲ੍ਹ, ਚਾਹੇ ਉਹ ਫਾਰਮਿੰਗ, ਸਿਕਿਉਰਿਟੀ ਦੀਆਂ ਜਾਂ ਹੋਰ ਜਿਹੜੀਆਂ ਜੌਬ ਸੀ, ਉਹਨਾਂ ਦੇ ਵਿੱਚ ਵੀ ਜੇ ਪ੍ਰੋਡਕਸ਼ਨ ਦੀ ਗੱਲ ਕਰ ਲਈਏ, ਮੈਨੂਫੈਕਚਰਿੰਗ ਦੀ ਗੱਲ ਕਰ ਲਈਏ, ਕੰਸਟਰਕਸ਼ਨ ਦੀ ਗੱਲ ਕਰ ਲਈਏ, ਜਦੋਂ ਇੱਕ 50-55 ਸਾਲ ਦਾ ਜਿਹੜਾ ਸੀ ਕਪਲ ਆਉਂਦਾ ਸੀ, ਉਹ ਜਿਹੜੀਆਂ ਉਹਨਾਂ 'ਚੋਂ ਕਾਫੀ ਜੌਬਸ ਹੋ ਗਏ, ਔਰ ਬੱਚੇ ਨਾਲ 20-22 ਸਾਲ ਦਾ 24 ਸਾਲ ਦਾ ਬੱਚਾ ਆਉਂਦਾ ਸੀ, ਉਹ ਕੰਸਟਰਕਸ਼ਨ ਇੰਡਸਟਰੀ ਜਿਹੜੇ ਸੀ ਉਹ ਲੱਗ ਜਾਂਦਾ। ਉਹਦੇ ਲਈ ਜਦੋਂ ਕੰਜ਼ਰਵੇਟਿਵ ਪਾਰਟੀ ਨੇ ਤਕਰੀਬਨ 5000 ਐਪਲੀਕੇਸ਼ਨ ਲੈਂਦੇ ਸੀ, ਤੁਹਾਨੂੰ ਪਤਾ ਸਿਰਫ। ਹਾਂਜੀ, ਔਰ ਉਹਦੇ ਵਿੱਚ ਵੀ ਉਹਨਾਂ ਨੇ ਜਿੰਨੇ ਸਾਲ ਰਹੇ ਆ, ਉਹ 'ਚੋਂ 2 ਸਾਲ ਲਈਆਂ ਹੀ ਨਹੀਂ, ਬਿਲਕੁਲ ਹੀ ਬੰਦ ਕਰਤੀਆਂ। ਉਹ ਸਿਸਟੈਮਿਕਲੀ ਜਿਹੜਾ ਸੀਗਾ ਉਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਬੰਦ ਕਰਨਾ ਚਾਹੁੰਦੇ ਸੀ। ਅਸੀਂ ਵਾਅਦਾ ਕੀਤਾ ਸੀ ਵੀ ਅਸੀਂ 10,000 ਐਪਲੀਕੇਸ਼ਨ ਲਵਾਂਗੇ, ਦੁੱਗਣੀਆਂ ਕਰਾਂਗੇ ਜਦੋਂ 2015 'ਚ। ਪਰ ਜੇ 2015 ਤੋਂ ਅੱਜ ਤੱਕ ਦੀ ਐਵਰੇਜ ਕੱਢੀ ਜਾਵੇ ਤਾਂ ਉਹ 4 ਗੁਣਾ ਬਣਦੀ ਆ। ਠੀਕ ਹੈ ਨਾ, 20,000 ਐਪਲੀਕੇਸ਼ਨ ਜਿਹੜੀ ਹੈ ਸਾਲ ਦੀ, ਉਹ ਐਵਰੇਜ ਜਿਹੜੀ ਆ ਉਹ ਬਣਦੀ ਆ। ਇਸ ਇਕੱਲੇ ਸਾਲ ਦੇ ਵਿੱਚ ਹੀ 2021 ਦਾ ਜਿਹੜਾ ਇਕੱਲਾ ਕੋਟਾ, ਉਹ 30,000 ਐਪਲੀਕੇਸ਼ਨ ਜਿਹੜੀ ਆ ਹੁਣੇ ਜਿਹੜੇ ਨੇ ਮਿਨਿਸਟਰ ਮੈਂਡੀਚੀ ਨੂੰ, ਉਹ ਵੀ ਸਰੀ, ਕਿਉਂਕਿ ਤੁਸੀਂ ਸਰੀ ਦੀ ਗੱਲ ਕੀਤੀ ਹੈ ਨਾ, ਬਿਲਕੁਲ ਤਦੇ ਉਹੀ ਇਸ਼ੂ ਨੇ ਜੀ ਆਪਣੇ ਜਿਹੜੇ ਤੁਹਾਡੇ ਨਾਲ ਖਾਸ ਤੌਰ ਤੇ ਸਿੱਧੇ ਤਾਲੁਕ ਰੱਖਦੇ ਆ। ਹਾਂਜੀ, ਕਿਉਂਕਿ ਦੇਖੋ ਨਾ, ਚਾਹੇ ਉਹ ਵਿਲ ਬਲੇਅਰ ਉਹਨਾਂ ਦੀ ਗੱਲ ਕਰ ਲਈਏ, ਚਾਹੇ ਉਹ ਇਮੀਗ੍ਰੇਸ਼ਨ ਦੀ ਵੀ ਜਿਹੜੀ ਮੇਜਰ ਅਨਾਊਂਸਮੈਂਟ ਹੋਈ ਆ, ਔਰ ਇਹ ਹਿਸਟਰੀ ਦੇ ਵਿੱਚ 30,000 ਪੇਰੈਂਟਸ ਦੀ ਐਪਲੀਕੇਸ਼ਨ ਜਿਹੜੀ ਆ ਇੱਕੋ ਸਾਲ ਚ ਲੈਣੀ, ਇਹ ਇੱਕ ਜਿਹੜੀ ਹੈਗੀ ਆ ਹਿਸਟੋਰਿਕ ਜਿਹੜੀ ਆ ਇਹ ਗੱਲ ਹੈ। ਔਰ ਉਹ ਦੂਜੀ ਗੱਲ ਐਪਲੀਕੇਸ਼ਨ ਨਹੀਂ, ਜੇ ਤੁਸੀਂ ਇਹ ਦੇਖੋ ਪਿੱਛੇ ਜਿਹੜਾ ਸੀਗਾ ਜਦੋਂ ਕੰਜ਼ਰਵੇਟਿਵ ਸੀਗੇ, ਉਹਨਾਂ ਨੇ ਡਿਪੈਂਡੈਂਟ ਦੀ ਏਜ ਜਿਹੜੀ ਸੀਗੀ ਉਹ ਘਟਾ ਦਿੱਤੀ ਸੀ 18 ਸਾਲ। ਤੁਸੀਂ ਬਿਲਕੁਲ ਸਹੀ ਕਹਿੰਦੇ ਹੋ, 22 ਸਾਲ ਤੋਂ ਕਰਤੀ, ਅਸੀਂ ਵਧਾ ਕੇ 22 ਸਾਲ ਕੀਤੀ ਤਾਂ ਕਿ ਉਹਦੇ ਵਿੱਚ ਪਾਰਟਿਸਪੈਂਟ ਵੀ ਐਪਲੀਕੇਸ਼ਨ 'ਚ ਜ਼ਿਆਦਾ ਹੋਣ। ਔਰ ਦੂਸਰਾ ਇਹ ਸੀ ਕਿ ਇੱਕ ਰੌਲਾ ਬਹੁਤ ਪੈਂਦਾ ਸੀ, ਠੀਕ ਹੈ ਨਾ ਜੀ, ਇਹ ਲੋਟਰੀ ਸਿਸਟਮ ਆ, ਇਹ ਅੱਜ ਕੰਪਿਊਟਰ ਸਿਸਟਮ ਨੇ ਵਰਕ ਕੀਤਾ। ਹੁਣ ਅਸੀਂ ਉਹਨਾਂ ਨੂੰ ਇਹੀ ਜ਼ੋਰ ਪਾਇਆ ਸੀਗਾ ਮਿਨਿਸਟਰ ਨੂੰ ਵੀ ਭਾਈ ਐਸਾ ਸਿਸਟਮ ਲਿਆਓ ਵੀ ਜਿਹੜੇ ਇਹ ਨਾ ਹੋਵੇ ਵੀ ਤੁਸੀਂ ਵਾਰ-ਵਾਰ ਉਹ ਆਪਾਂ ਉਹਨਾਂ ਨੂੰ ਪਾਈ ਜਾਂਦੇ, ਜਿਹੜੇ ਪਿੱਛੇ 4-5 ਸਾਲਾਂ ਤੋਂ ਪਾਈ ਉੱਥੇ ਬੈਠੇ ਰਹਿਣ। ਸੋ ਉਸ ਲਈ ਕੀ ਕੀਤਾ ਕਿ ਜਿਹੜੀ 30,000 ਐਪਲੀਕੇਸ਼ਨ ਲੈਣੀ ਆ, ਉਹ ਸਤੰਬਰ ਤੋਂ ਖੁੱਲਣੀ ਹੈਗੀ ਹੈ 20 ਤੋਂ, ਪਰ ਅਸੀਂ ਉਹੀ ਐਪਲੀਕੇਸ਼ਨ ਜਿਹੜੀਆਂ ਪਿਛਲੇ ਸਾਲ ਜਿਹਨਾਂ ਨੇ ਅਪਲਾਈ ਕੀਤਾ ਸੀ, ਉਸ ਜਿਹੜੀ ਹੈਗੀ ਆ ਲਿਸਟ, ਉਸੇ ਵਿੱਚੋਂ ਹੀ ਇਹਦਾ ਮਤਲਬ ਨਵੀਂ ਐਪਲੀਕੇਸ਼ਨ ਕਰਨ ਦੀ ਜ਼ਰੂਰਤ ਨਹੀਂ, ਜਿਹੜਾ ਪੂਲ ਦੇ ਵਿੱਚ ਪਈਆਂ ਨੇ ਉਹ ਚੋਂ ਹੀ ਕੱਢ ਲੈਣੀਆਂ ਨੇ। ਬਿਲਕੁਲ ਸਹੀ ਕਿਹਾ ਤੁਸੀਂ ਕਿ 20 ਸਤੰਬਰ ਨੂੰ ਅਸੀਂ, ਹਾਂ, ਪਰ ਇਹ ਹੈਗਾ ਕਿ ਜਦੋਂ 20 ਸਤੰਬਰ ਨੂੰ ਖੁੱਲ੍ਹਦੀ, ਜੇਕਰ ਕਿਸੇ ਦਾ ਕੋਈ ਇਨਫੋਰਮੇਸ਼ਨ ਅਪਡੇਟ ਕਰਨ ਵਾਲੀ ਹੈ, ਐਡਰੈਸ ਅਪਡੇਟ ਕਰਨਾ, ਈਮੇਲ ਅਪਡੇਟ ਕਰਨੀ, ਜਾਂ ਜੋ ਟੈਲੀਫੋਨ ਨੰਬਰ ਅਪਡੇਟ ਕਰਨਾ ਹੈਗਾ, ਤਾਂ ਉਹ ਪਲੀਜ਼ ਜ਼ਰੂਰ ਅਪਡੇਟ ਕਰ ਲੈਣ। ਹੋ ਸਕਦਾ ਕਿਸੇ ਪਰਿਵਾਰ 'ਚ ਕੋਈ ਮਿਸਹੈਪ ਹੋ ਚੁੱਕਿਆ ਹੋਵੇ, ਕਿਸੇ ਦਾ ਬਾਪ ਨਾ ਇਸ ਵਕਤ ਰਿਹਾ ਹੋਵੇ, ਪਹਿਲਾਂ ਐਪਲੀਕੇਸ਼ਨ ਜਦੋਂ ਲਾਸਟ ਈਅਰ ਕੀਤੀ ਸੀ, ਪਰਿਵਾਰ ਪੂਰਾ ਹੋਵੇ, ਉਹ ਅਪਡੇਟ ਕੀਤਾ ਜਾ ਸਕਦਾ। ਉਹ ਬਿਲਕੁਲ ਸਹੀ ਤੁਸੀਂ ਕਿਹਾ। ਅੱਛਾ, ਇੱਕ ਮੈਨੂੰ ਹੋਰ ਦੱਸਿਓ, ਕੋਵਿਡ-19 ਨੇ ਜ਼ਿੰਦਗੀਆਂ ਵੱਡੇ ਪੱਧਰ ਤੇ ਪ੍ਰਭਾਵਿਤ ਕੀਤੀਆਂ ਨੇ। ਬਹੁਤ ਲੰਬੇ ਅਰਸੇ ਤੋਂ ਮੈਂ ਵੇਖ ਰਿਹਾ ਕਿ ਫਲਾਈਟਸ ਵੀ ਬੰਦ ਨੇ। ਹੁਣ ਵੀ ਇੱਕ ਵਾਰੀ ਫਿਰ ਡੈਲਟਾ ਵੇਰੀਐਂਟ ਕਹਿਰ ਮਚਾ ਰਿਹਾ। ਆਪਣੇ ਗੁਆਂਢੀ ਮੁਲਕ ਅਮਰੀਕਾ 'ਚ ਕਾਫੀ ਵੱਧ ਰਹੇ ਨੇ ਕੇਸ, UK 'ਚ ਵੱਧ ਰਹੇ ਨੇ, ਵੁਹਾਨ ਪੂਰਾ ਸੀਲ ਕੀਤਾ ਪਿਆ, ਇੰਡੀਆ ਦੇ ਵਿੱਚੋਂ ਵੀ ਕਾਫੀ ਕੇਸ ਆ ਗਏ ਨੇ, ਤੇ ਹੁਣ ਉਹਦੇ ਨਾਲ ਬਹੁਤ ਸਾਰੇ ਲੋਕ ਚਾਹੁੰਦੇ ਹੋਏ ਵੀ ਆ ਨਹੀਂ ਸਕੇ। ਹੁਣੇ ਜਿਹੜਾ ਬੀਤੇ ਦਿਨਾਂ ਦੇ ਵਿੱਚ ਤੁਹਾਡੀ ਸਰਕਾਰ ਨੇ 90,000 ਵਿਦਨ ਕੈਨੇਡਾ ਐਪਲੀਕੇਸ਼ਨ ਲੈਣ ਦੀ ਗੱਲ ਕੀਤੀ ਸੀ, ਉਹਦਾ ਕੀ ਕਾਰਨ ਇਹੋ ਹੀ ਸੀ ਕਿ ਇਮੀਗ੍ਰੇਸ਼ਨ ਤਾਂ ਹੋਣੀ ਚਾਹੀਦੀ ਹੈ ਪਰ ਬਾਹਰੋਂ ਮੰਗਾ ਨਹੀਂ ਸਕਦੇ, ਜਾਂ ਉਹਦਾ ਕੋਈ ਕਾਰਨ ਹੋਰ ਸੀ ਜੀ? 2 ਕਾਰਨ ਸੀਗੇ। ਦੇਖੋ, ਇੱਕ ਤਾਂ ਕਾਰਨ ਜਿਹੜਾ ਤੁਸੀਂ ਕਿਹਾ, ਕਿਉਂਕਿ ਜਦੋਂ ਹੁਣ ਅਸੀਂ ਕਹਿ ਦਿੱਤਾ ਵੀ ਅਸੀਂ ਆਉਣ ਵਾਲੇ 3 ਸਾਲਾਂ ਦੇ ਵਿੱਚ 1.2 ਮਿਲੀਅਨ ਨਵੇਂ ਇਮੀਗ੍ਰੈਂਟਸ ਲੈ ਕੇ ਆਉਣੇ, ਤਕਰੀਬਨ 4 ਲੱਖ ਦੇ ਕਰੀਬ ਐਵਰੀ ਈਅਰ ਜਿਹੜਾ ਨਵਾਂ ਇਮੀਗ੍ਰੈਂਟ ਆਉਣਾ। ਸੋ ਉਹਦੇ ਲਈ ਜਿਹੜਾ ਸੀਗਾ, ਕਿਉਂਕਿ ਬਾਹਰੋਂ ਤਾਂ ਆ ਨਹੀਂ ਸਕਦੇ, ਉਹ ਸਾਨੂੰ ਫਿਰ ਕੋਸ਼ਿਸ਼ ਸੀ ਕਿ ਵੀ ਅੰਦਰੋਂ ਜਿਹੜਾ ਵਿਦਨ ਦੀ ਕੈਨੇਡਾ ਜਿਹੜਾ ਉਹ ਨੰਬਰ ਜਿਹੜੇ ਆ ਉਹ ਲਏ ਜਾਣ। ਤੁਸੀਂ ਬਿਲਕੁਲ ਸਹੀ। ਉਹਦੇ ਨਾਲ ਕੀ ਹੋਇਆ, ਪਹਿਲਾਂ ਅਸੀਂ 27,000 ਐਪਲੀਕੇਸ਼ਨ ਕੱਢੀ ਸੀ ਐਕਸਪ੍ਰੈਸ ਐਂਟਰੀ ਦੀ, 5,000 ਕੱਢੀ, ਫਿਰ 6 ਕੱਢੀ। ਉਹ ਵੈਸੇ ਤੁਹਾਨੂੰ ਵਧਾਈ ਦੇਣੀ ਬਣਦੀ ਹੈ। 75 ਪੁਆਇੰਟ ਵਾਲਾ ਸਕੋਰ ਕਦੀ ਵੀ ਨਹੀਂ ਆਇਆ। ਸਾਡੇ ਤੱਕ ਕਈ ਲੋਕਾਂ ਨੇ ਆ ਕੇ ਇੱਥੇ ਫੋਨ ਕੀਤੇ ਕਿ ਅਸੀਂ ਸੋਚਦੇ ਨਹੀਂ ਸੀ, ਕਦੇ ਸੁਪਨਾ ਵੀ ਨਹੀਂ ਸੀ ਲੈਂਦੇ ਕਿ ਸਾਨੂੰ PR ਮਿਲ ਜੂ, ਕਿਉਂਕਿ ਉਹਨਾਂ ਕੋਲ ਵਿਚਾਰਾਂ ਕੋਲੋਂ ਕਈ ਕੋਲੋਂ ਆਇਲਟਸ ਨਹੀਂ ਸੀ ਹੁੰਦੀ, ਕਈ ਵਾਰੀ ਉਹ ਉਸ ਤਰੀਕੇ ਤੱਕ ਓਡਾ ਵੱਡਾ ਸਕੋਰ ਨਹੀਂ ਸੀ ਲੈ ਸਕਦੇ। 75 ਵਾਲਾ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਕੈਨੇਡੀਅਨ ਇਤਿਹਾਸ ਦੇ ਵਿੱਚ ਹਿਸਟਰੀ 'ਚ ਸ਼ਾਇਦ ਇਹ ਹਿਸਟਰੀ ਓ ਰਹੇ।
ਇਹ ਬਿਲਕੁਲ ਸਹੀ ਦੇਖੋ ਜੇ ਪੀਆਰ ਐਲੀਅਟ ਟਰੂਡੋ ਤੋਂ ਬਾਅਦ ਦੇਖਦੇ ਹੈਗੇ ਆ ਕਿਸੇ ਵੀ ਪ੍ਰਾਈਮ ਮਿਨਿਸਟਰ ਇਹ ਜਿਹੜੀ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਅੰਡਰ ਜਿਹੜੀ ਪਾਲਿਸੀ ਇਮੀਗ੍ਰੇਸ਼ਨ ਆਈ ਆ ਇਹ ਜਿਹੜੀ ਆ ਇਹ ਮਾਤ ਪਾਉਣ ਵਾਲੀ ਉਹਦੇ ਵਿੱਚ 27232 ਐਪਲੀਕੇਸ਼ਨ ਤਾਂ ਹੋ ਗਈ ਪਰ ਉੱਥੇ ਹੀ ਗੱਲ ਨਹੀਂ ਅੜੀ ਫਿਰ ਉਸ ਤੋਂ ਬਾਅਦ ਕੀ ਆ ਫਿਰ ਲੋਕ ਇਹ ਪੁੱਛਦੇ ਜੀ ਬਸ ਇਹ ਲਾਸਟ ਆ ਜਾਂ ਹੋਰ ਵੀ ਉਸ ਤੋਂ ਬਾਅਦ ਜਿਹੜੀ ਤੁਸੀਂ 90000 ਐਪਲੀਕੇਸ਼ਨ ਦੀ ਗੱਲ ਕੀਤੀ ਉਹਦੇ ਵਿੱਚ ਵੀ ਜਿਹੜਾ ਸੀਗਾ ਕਿ ਮਿਨੀਮਮ ਆਇਲ ਸਕੋਰ ਕਰ ਦਿੱਤਾ 4 ਠੀਕ ਹੈ ਨਾ ਇਹ ਕਹਿਤਾ ਵੀ ਜਿਹਦੇ ਕੋਲ ਪਿਛਲੇ 3 ਸਾਲਾਂ ਦੇ ਵਿੱਚ ਰਾਈਟ ਇੰਨੇ ਘੰਟੇ ਜਿਹੜੇ ਆ ਉਹ ਬਣੇ ਹੋਏ ਆ ਟੁੱਟਵੇਂ ਵੀ ਹੋਣ ਹਾਂਜੀ ਉਹ ਜਿਹੜਾ ਹੈਗਾ ਉਹਦੇ ਵਿੱਚ ਅਪਲਾਈ ਉਹਦੇ ਵਿੱਚ ਕੀ ਸੀਗਾ 40000 ਅਸੀਂ ਸਟੂਡੈਂਟਸ ਨੂੰ ਦੇਤੀਆਂ ਤਾਂ ਕਿ ਕੀ ਸੀ ਅੱਗੇ ਸਟੂਡੈਂਟਸ ਨੂੰ ਵਿਚਾਰਿਆਂ ਨੂੰ ਐਕਸਪਲੋਇਟੇਸ਼ਨ ਸੀ ਐਲਐਮਆਈਜ਼ ਲੈਣੀਆਂ ਪੈਂਦੀਆਂ ਸੀ ਕਦੇ ਕੁਛ ਹੁਣ ਉਹਨਾਂ ਨੂੰ ਕੋਈ ਐਲਐਮਆਈਜ਼ ਨਹੀਂ ਲੈਣੀ ਪੈਂਦੀ ਪਿਛਲੇ 3 ਸਾਲਾਂ 'ਚ ਤੁਸੀਂ ਗ੍ਰੈਜੂਏਟ ਹੋਏ ਹੋ ਐਪਲੀਕੇਸ਼ਨ ਲਾਓ ਉਹ ਤਾਂ ਜਲਦੀ ਫਿਲ ਹੋ ਗਿਆ 40000 ਉਹ ਤੋਂ ਬਾਅਦ 30000 ਜਿਹੜੀਆਂ ਸੀਗੀਆਂ ਉਹ ਐਸੈਂਸ਼ੀਅਲ ਵਰਕਰਸ ਦੀ ਸੀ ਫਾਰਮ ਵਰਕਰ ਤੋਂ ਲੈ ਕੇ ਪ੍ਰੋਫੈਸ਼ਨਲ ਡਾਕਟਰ ਜਾਂ ਲਾਇਰ ਜੋ ਵੀ ਸੀ ਉਹਦੇ ਵਿੱਚ ਕੀ ਹੋਇਆ ਕਿ ਉਹਦੇ ਵਿੱਚ ਵੀ ਹੌਲੀ ਹੌਲੀ ਐਪਲੀਕੇਸ਼ਨ ਜਿਹੜੀ ਸੀ ਉਹ ਪੂਰੀ ਹੋ ਨਹੀਂ ਸੀ ਰਹੀ ਫਿਰ ਉਹਦੇ ਵਿੱਚ ਵੀ ਸਟੂਡੈਂਟਸ ਨੂੰ ਕਿਹਾ ਵੀ ਜੇ ਭਾਈ ਤੁਹਾਡੇ ਵੀ ਤੁਸੀਂ ਅਜੇ ਗ੍ਰੈਜੂਏਟ ਵੀ ਨਹੀਂ ਹੋਏ ਪਰ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੋਲ ਪਰਮਿਟ ਹੈਗਾ ਇੰਨੇ ਘੰਟੇ ਤੁਸੀਂ ਵੀ ਆ ਜਾਓ ਉਹਦੇ ਵਿੱਚ ਉਹ ਹੋ ਗਏ ਫਿਰ 20000 ਜਿਹੜੀਆਂ ਸੀਗੀਆਂ ਉਹ ਐਸੈਂਸ਼ੀਅਲ ਆਪਣੀਆਂ ਮੈਡੀਕਲ ਹੈਲਥ ਰਿਲੇਟਡ ਫੀਲਡ ਦੇ ਨੇ ਅਸੀਂ ਵੀ ਉਹਦੇ ਵਿੱਚ 200 ਘੰਟਾ 120 ਘੰਟੇ ਕੰਮ ਕੀਤਾ ਤੁਸੀਂ ਜਿਹੜਾ ਉਹ ਜਿਹੜੀ 90000 ਐਪਲੀਕੇਸ਼ਨ ਵੀ ਲਈ ਆ ਉਹ ਵੀ ਇੱਕ ਇਹੀ ਕਾਰਨ ਸੀਗਾ ਇੱਕ ਤਾਂ ਐਕਸਪਲੋਇਟੇਸ਼ਨ ਰੁਕੀ ਠੀਕ ਹੈ ਨਹੀਂ ਸਾਵੇਂ ਅੱਗੇ ਤੁਸੀਂ ਦੇਖਦੇ ਹੈਗੇ ਆ ਬਹੁਤ ਇਸ਼ੂ ਉੱਠਦਾ ਰਿਹਾ ਜੀ ਵੀ ਐਲਐਮਆਈ ਲੈਣੀ ਪੈਂਦੀ ਉਹ ਕਿਸੇ ਨੂੰ ਐਲਐਮਆਈ ਨਹੀਂ ਲੈਣੀ ਪਈ ਈਵਨ ਫਾਰਮ ਵਰਕਰ ਜਿਹਦੇ 4 ਸਿਕਿਉਰ ਸੀਗਾ ਉਹਦੇ ਵਿੱਚ ਆਇਲਸ ਤੇ ਘੰਟੇ ਪੂਰੇ ਹੋਏ ਸੀ ਉਹ ਵੀ ਪੱਕਾ ਠੀਕ ਹੈ ਨਾ ਇੰਨੀ ਸੌਖੀ ਜਿਹੜੀ ਆ ਉਹ ਇਮੀਗ੍ਰੇਸ਼ਨ ਕਿਤੇ ਨਹੀਂ ਹੋਈ ਉਸ ਤੋਂ ਬਾਅਦ ਫਿਰ ਕਹਿੰਦੇ ਹੁਣ ਦੱਸੋ ਉਸ ਤੋਂ ਬਾਅਦ 30000 ਹੋਰ ਆ ਗਈ ਸੋ ਇਸ ਕਰਕੇ ਜਿਹੜਾ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਇਸ ਤਰੀਕੇ ਨਾਲ ਇਮੀਗ੍ਰੇਸ਼ਨ ਜਿਹੜੀ ਪ੍ਰੋਗਰੈਸਿਵ ਨੀਤੀ ਜਿਹੜੀ ਆ ਉਹ ਅੱਗੇ ਲੈ ਕੇ ਆ ਰਿਹਾ ਅੱਛਾ ਧਾਲੀਵਾਲ ਸਾਹਿਬ ਇੱਕ ਹੋਰ ਦੱਸਿਓ ਵਿਰੋਧੀ ਇਹ ਕਹਿਣਗੇ ਕਿ ਲਿਬਰਲ ਪਾਰਟੀ ਨੇ ਇਹ ਸਿਰਫ ਤੇ ਸਿਰਫ ਚੋਣ ਸਟੰਟ ਕੀਤਾ ਮੈਂ ਅਕਸਰ ਕਹਿਣਾ ਹੁੰਦਾ ਕਿ ਤੁਹਾਡੇ ਵਾਸਤੇ ਵੀ ਪਲੇਟਫਾਰਮ ਖੁੱਲ੍ਹਾ ਹੀ ਸੀ ਤੁਸੀਂ ਵੀ ਸਰਕਾਰ ਚਲਾਉਂਦੇ ਰਹੇ ਜੇ ਤੁਹਾਨੂੰ ਲੱਗਦਾ ਕਿ ਇੰਜ ਵੋਟਾਂ ਪੈਂਦੀਆਂ ਨੇ ਤਾਂ ਇਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਦਿੰਦੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿ ਵੋਟਾਂ ਨੂੰ ਮੁੱਖ ਰੱਖ ਕੇ ਕੰਮ ਕੀਤਾ ਗਿਆ ਇਹ ਬਿਲਕੁਲ ਜਿਹੜਾ ਜੇ ਆਪੋਜੀਸ਼ਨ ਇਹ ਕਹਿੰਦੀ ਹੈ ਕਿਉਂਕਿ ਆਪੋਜੀਸ਼ਨ ਦਾ ਕੰਮ ਹੀ ਆ ਇਲੈਕਸ਼ਨ ਦੀ ਗੱਲ ਹੀ ਉਹ ਕਰਦੇ ਆ ਕਦੇ ਤੁਸੀਂ ਜਸਟਨ ਟਰੂਡੋ ਉਹਨਾਂ ਤੋਂ ਜਾਂ ਲਿਬਰਲ ਪਾਰਟੀ ਤੋਂ ਕਦੇ ਨਹੀਂ ਸੁਣਿਆ ਹੋਊਗਾ ਵੀ ਅਸੀਂ ਇਲੈਕਸ਼ਨ ਦੀ ਗੱਲ ਸਾਡਾ ਫੋਕਸ ਕੀ ਆ ਕਿ ਅਸੀਂ ਕੋਵਿਡ ਦੇ ਦੌਰਾਨ ਜਿਹੜੇ ਕੈਨੇਡੀਅਨਸ ਆ ਔਰ ਕੈਨੇਡੀਅਨ ਬਿਜ਼ਨੈਸਿਸ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਸਥਿਰ ਬਣਾਉਣਾ ਉਹਨਾਂ ਦੀ ਅਸੀਂ ਹੈਲਪ ਕਿੱਦਾਂ ਕਰਨੀ ਅੱਜ ਜਦੋਂ ਆਪਾਂ ਇਮੀਗ੍ਰੇਸ਼ਨ ਦੇਖਦੇ ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਹ ਹੁਣ ਸੋਸ਼ਲ ਨੀਤੀ ਨਹੀਂ ਰਹੀ ਇਕਨੋਮਿਕ ਨੀਤੀ ਹੈ ਇਸ ਵੇਲੇ ਜੇ ਪ੍ਰੋਡਕਟਿਵ ਤੁਸੀਂ ਮਾਂ-ਬਾਪ ਦੀ ਗੱਲ ਕੀਤੀ ਸੀ ਮੈਂ ਇਹਦੇ 'ਚ ਇੱਕ ਹੋਰ ਇਜ਼ਾਫਾ ਕਰਨਾ ਚਾਹੁੰਦਾ ਧਾਲੀਵਾਲ ਸਾਹਿਬ ਜੇ ਹਸਬੈਂਡ ਵਾਈਫ ਪਹਿਲਾਂ ਰਹਿੰਦੇ ਨੇ ਉਹਨਾਂ 'ਚੋਂ ਇੱਕ ਤਾਂ ਬੱਚੇ ਹੀ ਸਾਂਭਦਾ ਉਹ ਕੰਮ ਨਹੀਂ ਕਰ ਸਕਦੇ ਕਈ ਵਾਰੀ ਉਹ ਪ੍ਰੋਫੈਸ਼ਨਲ ਹੁੰਦੇ ਉਹ ਬਹੁਤ ਵਧੀਆ ਇਕਨੋਮੀ 'ਚ ਹਿੱਸਾ ਪਾ ਸਕਦੇ ਆ ਮਾਂ-ਬਾਪ ਆ ਜਾਂਦੇ ਆ ਕਈ ਵਾਰੀ ਜੋ ਨਹੀਂ ਵੀ ਬਾਹਰ ਕੰਮ ਕਰਨ ਜਾਂਦੇ ਉਹ ਬੱਚਿਆਂ ਨੂੰ ਸੰਭਾਲਦੇ ਆ ਤੇ ਹਸਬੈਂਡ ਵਾਈਫ ਦੋਵੇਂ ਕੰਮ ਕਰ ਲੈਂਦੇ ਆ ਦੇਖੋ ਪਰਫੈਕਟ ਐਗਜ਼ਾਮਪਲ ਤੁਹਾਡੇ ਸਾਹਮਣੇ ਬੈਠਾ ਠੀਕ ਹੈ ਨਾ ਇਹ ਮੇਰੇ ਪੇਰੈਂਟਸ ਆਏ ਮੇਰੇ ਪੇਰੈਂਟਸ ਨੇ ਮੇਰੇ ਬੱਚੇ ਜਿਹੜੇ ਸੀ ਉਹਨਾਂ 'ਚ ਪਾਲਣ 'ਚ ਹੈਲਪ ਕੀਤੀ ਉਹਨਾਂ ਨੂੰ ਸਕੂਲ ਛੱਡ ਕੇ ਆਉਣਾ ਲੈ ਕੇ ਆਉਣਾ ਉਸ ਤੋਂ ਬਾਅਦ ਮੇਰਾ ਬਿਜ਼ਨਸ ਜਿਹੜਾ ਸੀ ਉਹ 'ਚ ਹੈਲਪ ਕੀਤੀ ਉੱਥੇ ਹੀ ਨਹੀਂ ਇਨਫੈਕਟ ਪੋਲੀਟੀਕਲ ਲਾਈਨ 'ਚ ਵੀ ਦੇਖੋ ਤਾਂ ਮਾਂ ਮੇਰੇ ਜਿਹੜੇ ਆ ਉਹ ਮੇਰੇ ਨਾਲ ਵੀ ਜਿਹੜੇ ਨੇ ਐਕਟਿਵ ਕੰਪੇਨਰ ਹੈਗੇ ਨੇ ਸੋ ਇਹ ਜਿਹੜਾ ਹੈਗਾ ਹਰ ਇੱਕ ਨਵਾਂ ਇਮੀਗ੍ਰੈਂਟ ਆ ਜਿਹੜਾ ਉਹਨੂੰ ਜੇ ਸਕਸੈਸ ਹੋਣਾ ਹੈ ਸਕਸੀਡ ਹੋਣਾ ਹੈਗਾ ਉਹਦੇ ਲਈ ਜੇ ਉਹਦੇ ਪੇਰੈਂਟਸ ਇੱਥੇ ਹੋਣਗੇ ਨਾ ਰਾਈਟ ਉਹਦੇ ਸਕਸੈਸ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਹੈਗੇ ਆ ਇਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਆ ਕੋਈ ਇਲੈਕਸ਼ਨ ਜਾਂ ਵੋਟਾਂ ਦੀ ਗੱਲ ਨਹੀਂ ਗੀ ਸਿਰਫ ਤੇ ਸਿਰਫ ਇਹ ਹੈਗਾ ਸੀ ਵੀ ਕੈਨੇਡੀਅਨ ਇਕਨੋਮੀ ਕਿਸ ਤਰ੍ਹਾਂ ਬਿਹਤਰ ਬਣਾਉਣੀ ਆ ਕੈਨੇਡੀਅਨ ਜਿਹੜੇ ਨਿਊ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੀ ਅਸੀਂ ਮਦਦ ਕਿਸ ਤਰੀਕੇ ਨਾਲ ਕਰਨੀ ਤਾਂ ਕਿ ਉਹ ਇਸ ਸਿਸਟਮ ਦੇ ਵਿੱਚ ਜਿਹੜਾ ਉਹ ਸਫਲ ਹੋ ਸਕਣ ਅੱਛਾ ਧਾਲੀਵਾਲ ਸਾਹਿਬ ਇੱਕ ਸਵਾਲ ਅਕਸਰ ਸਾਡੇ ਤੱਕ ਆਉਂਦਾ ਅਸੀਂ ਤੁਹਾਡੇ ਜਰੀਏ ਇਹ ਇਮੀਗ੍ਰੇਸ਼ਨ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਤੱਕ ਵੀ ਪਹੁੰਚਾਉਣਾ ਚਾਹੁੰਦੇ ਆ ਸ਼ਾਇਦ ਬੀਤੇ ਸਮੇਂ ਵਿੱਚ ਵੀ ਇੰਜ ਹੁੰਦਾ ਰਿਹਾ ਬਹੁਤ ਸਾਰੇ ਪਰਿਵਾਰ ਉਹ ਨੇ ਜਿਨ੍ਹਾਂ ਦਾ ਇੱਕ ਜੀ ਇੰਡੀਆ ਵਿੱਚ ਰਹਿੰਦਾ ਹੈ ਉਹਨਾਂ ਦੀ ਜ਼ਮੀਨ ਜਾਇਦਾਦ ਉੱਥੇ ਪਈ ਹੈ ਪ੍ਰਾਪਰਟੀ ਉੱਥੇ ਪਈ ਹੈ ਜਿੰਨੀ ਦੇਰ ਤੱਕ ਉਹ ਜੀ ਹੈ ਉਨੀ ਦੇਰ ਤੱਕ ਉਹਨੂੰ ਅੱਡਾ ਖੱਡਾ ਆਪਣਾ ਪੱਟ ਕੇ ਨਹੀਂ ਲਿਆਉਣਾ ਚਾਹੁੰਦੇ ਕੀ ਇਸ ਗੱਲ ਦੀ ਪੈਰਵੀ ਕੀਤੀ ਜਾ ਸਕਦੀ ਹੈ ਕਿ ਜਿਨ੍ਹਾਂ ਦਾ ਇੱਕ ਜੀ ਰਹਿੰਦਾ ਹੈ ਉਹਦਾ ਬਲੱਡ ਇੱਥੇ ਉਹਦੇ ਮਾਂ-ਬਾਪ ਇੱਥੇ ਨੇ ਜਾਂ ਭੈਣ ਭਰਾ ਇੱਥੇ ਨੇ ਕੱਲ੍ਹ ਨੂੰ ਇਸ ਤਰ੍ਹਾਂ ਦੀ ਕੋਈ ਪਾਲਿਸੀ ਲਿਆਂਦੀ ਜਾਵੇ ਕਿ ਉਹ ਆਉਣ ਪਰ ਨਾਲ ਇੰਨੀ ਨਾਲ ਉਹ ਇੱਥੇ ਇਨਵੈਸਟ ਲੈ ਕੇ ਆਉਣ
ਕੀ ਇਹ ਹੋ ਸਕਦਾ ਜੀ? ਨਹੀਂ ਦੇਖੋ, ਅੱਗੇ ਇੱਕ ਪਾਲਿਸੀ ਆਈ ਸੀ, ਜੀ। ਬਹੁਤ ਪਹਿਲਾਂ ਦੀ ਗੱਲ ਕਰੀਏ, ਜੀ, ਜੀ। ਉਹਦੇ ਵਿੱਚ ਲਾਸਟ ਰਿਮੇਨਿੰਗ ਫੈਮਿਲੀ ਮੈਂਬਰ ਜਿਹੜਾ ਹੁੰਦਾ ਸੀ, ਉਹਦੇ ਵਿੱਚ ਮੇਰਾ ਬ੍ਰਦਰ ਉਸ ਸਿਚੁਏਸ਼ਨ 'ਚ ਆਇਆ ਸੀ 1988 ਦੀ, ਜਦੋਂ ਆਪਾਂ ਗੱਲ ਕਰਦੇ ਜੀ। ਹਾਂ। ਦੇਖੋ, ਜਿਹੜੀ ਪਾਲਿਸੀਆਂ ਨੇ ਨਾ, ਉਹ ਐਵਰੀਡੇ ਚੇਂਜ ਹੁੰਦੀਆਂ। ਹੁਣ ਆਪਾਂ ਜੇ ਕਹੀਏ ਕਿ ਸੋਚਿਆ ਸੀ ਵੀ ਉਹ 75 ਪੁਆਇੰਟ ਵਾਲੀ ਪਾਲਿਸੀ ਆ ਜਾਊ, ਕਦੇ ਇਹ ਸੋਚਿਆ ਸੀ ਵੀ ਜਿਹੜੇ 40,000 ਸਟੂਡੈਂਟ ਤੇ 30,000 ਜਿਹੜੇ ਐਸੈਂਸ਼ੀਅਲ ਵਰਕਰ ਤੇ 20,000 ਜਿਹੜੇ ਨੇ ਉਹ ਇੰਨੀ, ਕਿਉਂਕਿ ਜਦੋਂ ਅਸੀਂ, ਤੁਸੀਂ ਦੇਖੋਗੇ ਕਮੇਟੀ ਤੇ ਮੈਂ ਬਹਿੰਦਾ ਸੀ ਜਾਂ ਦੂਸਰੇ ਮੈਂਬਰ ਵੀ ਸੀ, ਅਸੀਂ ਇਹੀ ਸਾਡੀ ਪੋਸਟ ਸੀ ਵੀ ਜਿਹੜੇ ਮਿਡ ਸਕੇਲ ਤੇ ਲੋ ਸਕੇਲ ਜਿਹੜੇ ਸਕਿੱਲ ਵਰਕਰਸ ਹੈਗੇ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਪੱਕੇ ਕਰਨਾ ਹੈਗਾ। ਸੋ ਉਹ ਜਦੋਂ ਸਾਡੀ ਇਸ ਵੇਲੇ ਚੱਲੀ ਸੀ LMI ਦਾ ਇਸ਼ੂ ਸੀ ਵੀ ਉਹ ਐਕਸਪਲੋਇਟੇਸ਼ਨ ਕਿੱਦਾਂ ਘਟਾ ਸਕਦੇ ਆ, ਉਹਨੂੰ ਅਸੀਂ ਫੋਕਸ ਮੱਦੇਨਜ਼ਰ ਰੱਖਦੇ ਹਾਂ। ਇਹ ਹੁਣ ਜਿਸ ਤਰ੍ਹਾਂ ਤੁਸੀਂ ਇਹ ਮੁੱਦਾ ਪਹਿਲਾਂ ਦੇਖੋ, ਇਹ ਮੁੱਦੇ ਵੀ ਤਾਂ ਮੀਡੀਆ 'ਚ ਵੀ ਰੇਜ਼ ਹੋਏ, ਲੋਕਾਂ ਕੋਲੋਂ ਆ ਰਹੇ ਨਾ। ਅਸੀਂ ਕਿਹਾ ਤੁਹਾਡੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾਵਾਂਗੇ, ਤੇ ਉਹਨਾਂ ਦਾ ਸਵਾਲ ਹੈ ਕਿ ਇਸ ਮਸਲੇ ਦੀ ਪੈਰਵੀ ਕਰੋਗੇ ਜੀ? ਇਹ ਮੈਂ ਕਹਿੰਦਾ ਕਰਨੀ ਵੀ ਚਾਹੀਦੀ ਹੈ, ਕਿਉਂਕਿ ਰੀਜਨ ਆ ਕਿ ਜੇ ਅਸੀਂ ਫੈਮਿਲੀ ਇਕੱਠੇ ਕਰਨ ਦੀ ਗੱਲ ਕਰਦੇ ਹਾਂ, ਸਾਨੂੰ ਕੋਈ ਨਾ ਕੋਈ ਐਸੀ ਪਾਲਿਸੀ ਜਿਹੜੀ ਆ ਉਹ ਲਿਆਉਣੀ ਚਾਹੀਦੀ। ਅੱਗੇ ਵੱਖਰੇ ਸੂਬੇ ਨੇ ਲਿਆਂਦੇ ਆ। ਦੇਖੋ, ਪਹਿਲਾਂ ਫੈਡਰਲ ਪਾਲਿਸੀ ਤਾਂ ਰਹੀ ਹੈ 1980s ਦੀ ਗੱਲ ਕਰ ਲਈਏ, ਲੇਟ 80s ਦੀ, ਪਰ ਜਦੋਂ ਸੂਬਿਆਂ ਦੀ ਸਸਕੈਚੁਅਨ, ਮੈਨੀਟੋਬਾ, ਅਲਬਰਟਾ ਨੇ ਇਹ ਜਿਹੀਆਂ ਜਿਹੜੀਆਂ ਸੀਗੀਆਂ ਉਹ ਪਾਲਿਸੀ 'ਚ ਲੈ ਕੇ ਆਉਂਦੀਆਂ ਸੀਗੀਆਂ, ਪਰ ਉਹਦੇ ਵਿੱਚ ਵੀ ਜਿਹੜੀ ਸੀ ਜਦੋਂ ਕਪੜਾ ਹੋਣ ਲੱਗ ਜਾਂਦਾ, ਠੀਕ ਹੈ ਨਾ, ਫਿਰ ਉਹਨਾਂ ਨੇ ਉਹ ਜਿਹੜਾ ਸੀ ਉਹ ਬੰਦ ਕਰ ਦਿੱਤਾ। ਸੋ ਫੈਡਰਲੀ ਮੈਂ ਤੁਹਾਡੀ ਆਵਾਜ਼ ਜਿਹੜੀ ਆ ਇਹ ਜ਼ਰੂਰ ਉੱਥੇ ਲੈ ਕੇ ਹੁਣ ਘਪਲੇ ਦੀ ਗੱਲ ਆਈ ਹੈ, ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜੀ ਕੁੜੀ ਤੇ ਪੈਸੇ ਲਾਏ ਸੀ, ਧੇਲੇ ਲਾਏ ਸੀ, ਉੱਥੇ ਜਾ ਕੇ ਕੁੜੀ ਮੁੱਕਰ ਗਈ, ਪਹਿਲਾਂ ਮੁੰਡੇ ਮੁੱਕਰਦੇ ਰਹੇ। ਇਸ ਮਸਲੇ ਨੂੰ ਲੈ ਕੇ ਸਾਡੇ ਕੋਲ ਵੀ ਲਗਭਗ ਰੋਜ਼ਾਨਾ ਪੰਜਾਬ ਤੋਂ ਆਪਣੇ ਪੇਕਾ ਪਿੰਡ ਕਹਿ ਦੀ ਉੱਥੋਂ ਖਬਰਾਂ ਆਉਂਦੀਆਂ ਨੇ। ਪ੍ਰਧਾਨ ਮੰਤਰੀ ਸਾਹਿਬ ਸਰੀ ਆਏ ਸੀ, ਉਦੋਂ ਉਹਨਾਂ ਤੋਂ ਵੀ ਪੁੱਛਿਆ ਗਿਆ। ਇਸ ਮਸਲੇ ਨੂੰ ਤੁਹਾਡੀ ਸਰਕਾਰ ਕਿਵੇਂ ਦੇਖਦੀ ਹੈ ਜੀ? ਦੇਖੋ, ਅਸੀਂ ਜਿਹੜੇ ਇੱਕ ਇਮੀਗ੍ਰੇਸ਼ਨ ਦੀ ਫਾਈਲ ਬਹੁਤ ਵੱਡੀ ਫਾਈਲ ਆ ਜੀ, ਇਹਨੂੰ ਛੋਟੀ ਫਾਈਲ ਨਹੀਂ ਕਹਿ ਸਕਦੇ, ਕਿਉਂਕਿ ਦੇਖੋ ਨਾ, ਇੰਨੇ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਸਟੂਡੈਂਟ ਵੀ ਆ ਰਹੇ ਇੱਥੇ, ਇਮੀਗ੍ਰੈਂਟਸ ਵੀ ਆ ਰਹੇ ਆ। ਹਰ ਇੱਕ ਫਾਈਲ ਜਿਹੜੀ ਆ ਉਸ ਨੂੰ ਬਰੀਕੀ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਆਫੀਸਰ ਆ ਉਹ ਉਹਨੂੰ ਦੇਖਦਾ ਪਿਆ ਹੈਗਾ, ਠੀਕ ਹੈ ਨਾ। ਮੈਂ ਹਮੇਸ਼ਾ ਅੱਗੇ ਵੀ ਪਹਿਲਾਂ ਕਹਿੰਦਾ ਹੁੰਦਾ ਸੀ, ਪਹਿਲਾਂ ਮੈਂ ਬੱਚਿਆਂ ਨੂੰ ਕੀ ਕਹਿੰਦਾ ਸੀ, ਬੱਚਿਓ ਆ ਜਿਹੜਾ ਛੱਡੋ ਜਿਹੜੀ ਹੇਰਾਫੇਰੀ ਆ, ਤੁਸੀਂ ਪੜ੍ਹਾਈ ਕਰੋ, ਆਇਲਟਸ ਨੰਬਰ ਲਵੋ ਤੇ ਤੁਹਾਨੂੰ ਕੈਨੇਡਾ ਦੇ ਵਿੱਚ ਖੁੱਲੀ ਜਿਹੜੀ ਆ ਉਹ ਮਿਲ ਜੂ। ਮਿਲਦੀ ਰਹੀ ਕਿ ਨਹੀਂ? ਹੁਣ ਵੀ ਮੈਂ ਇਹ ਕਹਿੰਦਾ ਵੀ ਜਿਹੜੀ ਆ ਆਪਾਂ ਲੇਵਾ ਦੇਵੀ ਕਰਦੇ ਆ ਜੀ, ਆ ਉਹਦੇ ਵਿੱਚ ਹੁਣ ਉਹਨਾਂ ਨੂੰ ਕਲੀਅਰ ਹੋ ਚੁੱਕਿਆ ਇਮੀਗ੍ਰੇਸ਼ਨ ਆਫਿਸਰ ਨੂੰ। ਉਹ ਹੁਣ ਕੀ ਦੇਖਦੇ ਆ, ਬਹੁਤ ਸਾਰੇ ਕੇਸ ਮੇਰੇ ਕੋਲ ਐਵਰੀਡੇ ਆ ਰਹੇ ਆ ਜਿਹਦੇ ਵਿੱਚ ਕੀ ਹੈ, ਕਿਸੇ ਵੀ ਜਿਹੜਾ ਇੱਥੇ ਸਟੂਡੈਂਟ ਆਇਆ, ਉਹਦਾ ਜਦੋਂ ਆਇਲ ਦਾ ਸਕੋਰ ਦਾ ਰਿਜ਼ਲਟ ਆ ਗਿਆ ਜਾਂ ਜਿਹਦੇ ਦਾਖਲਾ ਮਿਲ ਗਿਆ, ਉਦੋਂ ਤੀਜੇ ਚੌਥੇ ਦਿਨ ਵਿਆਹ ਹੋ ਜਾਂਦਾ। ਉਹ ਹੁਣ ਜਦੋਂ ਇਮੀਗ੍ਰੇਸ਼ਨ ਆਫਿਸਰ ਦੇਖ ਰਿਹਾ ਤਾਂ ਉਹਨਾਂ ਦੀਆਂ ਫਾਈਲਸ ਨੂੰ ਕਲੀਅਰ ਨਹੀਂ ਕਰ ਰਿਹਾ। ਉਹ ਕਹਿੰਦਾ ਵੀ ਮੈਨੂੰ ਇਹ ਲੱਗਦਾ ਇਹ ਸ਼ੱਕੀ ਲੱਗਦਾ, ਮੈਨੂੰ ਇਹ ਲੱਗਦਾ ਕਿ ਤੁਸੀਂ ਜਿਹੜਾ ਇਹ ਵਿਆਹ ਵਾ ਸਿਰਫ ਤੇ ਸਿਰਫ ਕੈਨੇਡਾ ਦੇ ਵਿੱਚ ਕੰਟਰੈਕਟ ਮੈਰਿਜ ਹੈ ਜਾਣ ਵਾਸਤੇ ਕਰਾਈ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਤੁਸੀਂ ਬਿਲਕੁਲ ਸਹੀ ਕਿਹਾ, ਕਿਉਂਕਿ ਹਰ ਇੱਕ ਫਾਈਲ ਜਿਹੜੀ ਆ ਉਹਨੂੰ ਗੰਭੀਰਤਾ ਨਾਲ ਲੈਂਦੇ ਆ, ਔਰ ਇਨ ਜਰਨਲ ਜਿਹੜੀ ਹੈਗੀ ਆ ਉਹ ਇਸ ਵੇਲੇ ਫਾਈਲ ਬਾਈ ਫਾਈਲ ਦੇਖ ਰਹੇ ਆ। ਜਿਹੜੇ ਇਹੋ ਜਿਹੇ ਕੇਸ ਲੱਗਦੇ ਹੈਗੇ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ, ਉਹਨੂੰ ਇਸ ਵੇਲੇ ਇਮੀਗ੍ਰੇਸ਼ਨ ਆਫਿਸਰ ਜਿਹੜਾ ਹੈਗਾ ਉਹ ਪਹਿਲਾਂ ਹੀ ਜਿਹੜਾ ਬੰਦ ਕਰ ਰਿਹਾ। ਔਰ ਬਹੁਤ ਸਾਰੇ ਕੇਸ ਮੇਰੇ ਕੋਲ ਇਹੋ ਜਿਹੇ ਆਉਂਦੇ ਜਿਹੜੇ ਤੇ ਕਹਿੰਦੇ ਨੇ ਜੀ ਵੀ ਮੇਰੇ ਹਸਬੈਂਡ ਨੂੰ ਹੁਣ ਵੀਜ਼ਾ ਨਹੀਂ ਮਿਲ ਰਿਹਾ, ਮੇਰੀ ਵਾਈਫ ਨੂੰ ਵੀਜ਼ਾ ਨਹੀਂ ਮਿਲ ਰਿਹਾ। ਉਹ ਕਿਉਂ ਨਹੀਂ ਮਿਲ ਰਿਹਾ? ਉਹਦਾ ਕਾਰਨ ਇਹੀ ਆ ਕਿ ਉਹਦੇ ਵਿੱਚ ਜਿਹੜਾ ਹੈਗਾ, ਜਦੋਂ ਉਹਨਾਂ ਨੂੰ ਲੱਗ ਜਾਂਦਾ ਵੀ ਇਹ ਜਿਹੜਾ ਇਹਨਾਂ ਦਾ ਵਿਆਹ ਹੈਗਾ, ਇੱਕ ਕਹਿੰਦੇ ਨੇ ਵਿਆਹ ਜੈਨੂਨ ਹੋਣਾ ਚਾਹੀਦਾ, ਦੂਸਰਾ ਇਹ ਕਹਿੰਦੇ ਵਿਆਹ ਸਿਰਫ ਇਸ ਲਈ ਨਹੀਂ ਕਰਾਉਣਾ ਚਾਹੀਦਾ ਕਿ ਕੈਨੇਡਾ ਜਾਣਾ। ਜੇ ਤੁਸੀਂ ਉਹ ਕਰਦੇ ਹੋ ਤਾਂ ਇਹਦੇ ਵਿੱਚ ਰੈਗੂਲੇਸ਼ਨ 4 ਆ, ਜਦੋਂ ਪੱਕੀ ਇਮੀਗ੍ਰੇਸ਼ਨ ਮਿਲੇ ਉਹਦੇ ਅੰਡਰ ਉਹ ਜਿਹੜਾ ਉਹ ਕਾਟਾ ਮਾਰ ਦਿੰਦੇ। ਅੱਛਾ, ਹੁਣ ਤੁਸੀਂ ਪਹਿਲਾਂ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਦੀ ਗੱਲ ਕੀਤੀ, ਮਾਰਕ ਮੈਂਡੋਚੀਨੋ ਦੀ ਗੱਲ ਕੀਤੀ। ਆਫ ਕੋਰਸ ਤੁਸੀਂ ਮੈਂਬਰ ਪਾਰਲੀਮੈਂਟ ਕਹਿੰਦੇ ਹੋਵੋਗੇ ਕਿ ਭਾਈ ਆਓ ਸਾਡੇ ਇਲਾਕੇ 'ਚ ਗੇੜਾ ਮਾਰੋ। ਬੀਤੇ ਦਿਨੀ ਪ੍ਰਧਾਨ ਮੰਤਰੀ ਜੀ ਵੀ ਆਏ ਸੀ, ਬਹੁਤ ਵੱਡੀ ਅਨਾਊਂਸਮੈਂਟ ਕਰਕੇ ਗਏ। ਸਰੀ ਦੇ ਲੋਕ ਵੀ, ਸਰੀ ਦੀ ਮਿਊਨਿਸਪਲ ਕਾਰਪੋਰੇਸ਼ਨ ਵੀ, ਮੈਨੂੰ ਨਹੀਂ ਲੱਗਦਾ ਕਿ ਉਹ ਕਿਆਸ ਕਰ ਰਹੀ ਹੋਣੀ ਹੈ ਕਿ ਇੰਨੀ ਵੱਡੀ ਫੰਡਿੰਗ ਦੇ ਜਾਏਗੀ। ਜਿਹੜੀ ਉਹ ਸਕਾਈ ਟ੍ਰੇਨ ਵਿੱਚ ਵਿਚਾਲੇ ਲਟਕਣੀ ਸੀ, ਉਹਨੂੰ ਨੇਪਰੇ ਚਾੜਨ ਦੀ ਵੱਡੀ ਅਨਾਊਂਸਮੈਂਟ ਹੋਈ। ਇਹਦੇ ਵਾਸਤੇ ਤੁਹਾਨੂੰ ਕਿੰਨੀ ਕੁ ਵਕਾਲਤ ਕਰਨੀ ਪਈ ਜੀ? ਦੇਖੋ, ਕਾਫੀ ਕਰਨਾ ਪਿਆ। ਦੇਖੋ, ਮੇਰੀਆਂ ਜਿਹੜੇ ਨੇ ਮੇਅਰ ਇਸ ਗੱਲ ਨੂੰ ਵਿਟਨੈਸ ਕਰ ਸਕਦੇ ਨੇ, ਮੇਅਰ ਮੁਕੱਲਮ, ਉਹਨਾਂ ਨਾਲ ਮੇਰੀਆਂ ਜਿਹੜੀਆਂ ਸੀਗੀਆਂ ਮੀਟਿੰਗਸ ਹੁੰਦੀਆਂ ਰਹੀਆਂ ਰੈਗੂਲਰਲੀ। ਅਸੀਂ ਉਹਨਾਂ ਨਾਲ ਜਿਹੜਾ ਸੀਗਾ ਉਹ ਮੀਟਿੰਗ ਕੀਤੀਆਂ, ਔਰ ਮੈਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਂਦਾ ਰਿਹਾ। ਦੂਸਰੇ ਐਮਪੀਜ਼ ਵੀ ਇਹੀ ਕਰਦੇ ਸੀ, ਕਿਉਂਕਿ ਸਾਡੀ ਜਿਹੜੀ ਐਜ ਏ BC ਕਾਕਸ ਸੀਗੀ, ਇਹ ਪੂਰਾ ਜ਼ੋਰ ਲੱਗਿਆ ਹੋਇਆ ਸੀ ਵੀ ਜਿੰਨੀ ਵੀ ਵੱਧ ਤੋਂ ਵੱਧ ਇਨਫਰਾਸਟਰਕਚਰ ਮਨੀ ਹੈਗੀ ਉਹ BC ਦੇ ਵਿੱਚ ਆਉਣੀ ਚਾਹੀਦੀ ਹੈ। ਜੇ BC 'ਚ ਆਉਂਦੀ ਆ, ਅਸੀਂ ਫਿਰ ਸਰੀ ਦੇ ਜਿਹੜੇ MP ਸੀ, ਮਿਊਨਿਸਪੈਲਿਟੀ ਇਹ ਹੈਗੀ ਆ, ਤੇ ਇਹ ਕਹਿੰਦੇ ਸੀ ਇਹੀ ਕਾਰਨ ਹੋਇਆ ਕਿ $1.3 ਬਿਲੀਅਨ ਜਿਹੜੇ ਨੇ ਉਹ ਦਿੱਤੇ, ਜਿਹਦੇ ਨਾਲ ਸਕਾਈ ਟ੍ਰੇਨ ਜਿਹੜੀ ਹੈਗੀ ਆ ਇੱਥੋਂ ਕਿੰਗ ਜੋਰਜ ਸਟੇਸ਼ਨ ਤੋਂ
ਲੈਂਗਲੀ ਸਿਟੀ ਚਲੇ ਜਾਊਗੀ ਔਰ ਜਿਹਦੇ ਵਿੱਚ ਤਕਰੀਬਨ 8 ਜਿਹੜੇ ਨੇ ਉਹ ਨਵੇਂ ਜਿਹੜੇ ਨੇ ਉਹ ਸਟੇਸ਼ਨ ਬਣ ਗਏ ਔਰ ਤਕਰੀਬਨ 60,000 ਤੋਂ ਲੈ ਕੇ 70,000 ਤੱਕ ਯਾਤਰੀ ਜਿਹੜੇ ਨੇ ਉਹਦੇ ਵਿੱਚ ਐਵਰੀ ਡੇ ਜਿਹੜਾ ਵਾ ਉਹ ਟਰੈਵਲ ਕਰਨਗੇ ਔਰ ਟਰੈਵਲ ਟਾਈਮ ਜਿਹੜਾ ਹੈਗਾ ਉਹ ਅੱਧਾ ਰਹਿ ਜਾਊਗਾ। ਇਹਦੇ ਨਾਲ ਇਕੱਲਾ ਇੱਕ ਤਾਂ ਇਹ ਫਾਇਦਾ ਹੋਇਆ ਔਰ 3,000 ਜੌਬਸ ਵੀ ਕ੍ਰੀਏਟ ਹੋਣਗੀਆਂ। ਜਿੱਥੇ ਇਹ ਵੱਡੀ ਤੋਂ ਵੱਡੀ ਇਨਵੈਸਟਮੈਂਟ ਜਿਹੜੀ ਹੈਗੀ ਹੈ ਇਹ ਤਾਂ ਹੀ ਆਈ ਜੇ ਅਸੀਂ ਸਰੀ ਦੇ MPs ਨੇ ਔਰ ਸਾਡੇ BC ਦੇ ਜਿਹੜੇ ਹੋਰ ਸਾਥੀ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ। ਅਸੀਂ ਪ੍ਰਾਈਮ ਮਿਨਿਸਟਰ ਨੂੰ ਔਰ ਮਿਨਿਸਟਰ ਜਿਹੜੇ ਇਨਫਰਾਸਟ੍ਰਕਚਰ ਦੇ ਸੀ ਉਹਨਾਂ ਨੂੰ ਹਮੇਸ਼ਾ ਹੀ ਇਹ ਕਹਿੰਦੇ ਔਰ ਇਹ ਇੱਕ ਪ੍ਰਾਈਮ ਮਿਨਿਸਟਰ ਦੀ ਬੜੀ ਵਧੀਆ ਗੱਲ ਆ। ਦੇਖੋ ਪਹਿਲਾਂ LRT ਬਣਨੀ ਸੀ, ਉਹਨਾਂ ਨੇ ਨਹੀਂ ਦੇਖਿਆ ਵੀ ਕੌਣ ਮੇਅਰ ਹੈਗਾ ਔਰ ਕੀ ਕਰਨਾ ਚਾਹੁੰਦੇ ਨੇ, ਕੀ ਕਰਨਾ। ਉਹ ਕਹਿੰਦੇ ਵੀ ਜੋ ਲੋਕਲ ਗਵਰਨਮੈਂਟ ਚਾਹੁੰਦੀ ਆ ਉਹ ਬੈਟਰ ਨੋ ਕਰਦੇ, ਅਸੀਂ ਉਹਨਾਂ ਦੀ ਮਦਦ ਕਰ ਦਿੱਤੀ। ਉਸ ਤੋਂ ਬਾਅਦ ਹੁਣ ਮੇਅਰ ਮਕੈਲਮ ਆ ਗਏ, ਇਹ ਕਹਿੰਦੇ ਵੀ ਅਸੀਂ LRT ਨਹੀਂ ਬਣਾਉਣੀ, ਅਸੀਂ ਸਕਾਈ ਟ੍ਰੇਨ ਬਣਾਉਣੀ। ਪ੍ਰਾਈਮ ਮਿਨਿਸਟਰ ਨੇ ਫਿਰ ਰਾਹ 'ਚ ਰੋੜਾ ਨਹੀਂ ਬਣੇ, ਉਹ ਇਹੀ ਕਿਹਾ ਵੀ ਜਿਹੜੇ ਨੇ ਲੋਕਲ ਗਵਰਨਮੈਂਟਸ ਦੀ ਅਸੀਂ ਜਿਹੜੀ ਆ ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੇ ਚਾਹੇ ਲੋਕਲ ਗਵਰਨਮੈਂਟਸ ਨੇ ਅਸੀਂ ਹੈਲਪ ਕਰਨਾ ਚਾਹੁੰਦੇ। ਉਸ ਦੇ ਵਿੱਚ ਜੇ ਦੇਖਿਆ ਜਾਵੇ ਹੁਣ ਜਿਹੜੀ 1.3 ਬਿਲੀਅਨ ਡਾਲਰ ਆ ਉਹਦੇ ਵਿੱਚ 40% ਜਿਹੜਾ ਪੈਸਾ ਹੈਗਾ ਉਹ ਫੈਡਰਲ ਗਵਰਨਮੈਂਟ ਨੇ ਪਾਇਆ, 40% ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਪਾਇਆ, 20% ਜਿਹੜਾ ਟਰਾਂਸਲਿੰਕ ਤੋਂ ਜਿਹੜੀਆਂ ਬਾਕੀ ਮਿਊਨਿਸਪੈਲਿਟੀਜ਼ ਉਹਨਾਂ ਨੇ ਪਾਉਣਾ। ਕੱਲੀ ਇਹ ਲੈਂਗਲੀ ਵਾਲੀ ਲਾਈਨ ਨਹੀਂ, ਇਨਫੈਕਟ ਜਿਹੜੀ ਦੂਜੀ ਮਿਲੀਨੀਅਮ ਲਾਈਨ ਹੈਗੀ ਉਹ ਕੈਨੇਡਾ ਲਾਈਨ ਵੈਨਕੂਵਰ ਵਾਲੀ ਉਹ ਵੀ ਜਿਹੜੀ ਆ UBC ਤੱਕ ਚੱਲ ਜਾਣੀ। ਜਿਹੜੇ ਹੁਣ ਵਿਦਿਆਰਥੀ UBC ਜਾਂਦੇ ਹੈਗੇ ਆ ਉਹਨਾਂ ਨੂੰ ਵੀ ਸਿਖਾਲਾ ਹੋ ਜੂ। ਸੋ ਇਹ ਜਿਹੜਾ ਜਿੱਥੇ ਉਹਨਾਂ ਦਾ ਆਵਾਜਾਈ ਸਿਖਾਲੀ ਹੋਊਗੀ, 3,000 ਦੇ ਕਰੀਬ ਨਵੀਆਂ ਜੌਬਸ ਵੀ ਖੁੱਲਣਗੀਆਂ, এনवायरमेंट ਦਾ ਵੀ ਬਹੁਤ ਫਾਇਦਾ ਹੋ ਕਿਉਂਕਿ ਅਸੀਂ ਬਾਈ 2050 ਚਾਹੁੰਦੇ ਆ ਜ਼ੀਰੋ ਨੈਟ ਐਮਿਸ਼ਨਸ ਹੋਣ। ਉਹਦੇ ਨਾਲ ਜਦੋਂ ਅਸੀਂ ਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਘਟਣਗੀਆਂ, ਟ੍ਰੈਫਿਕ ਘਟੂਗੀ ਤੇ ਉਹਦੇ ਵਿੱਚ এনवायरमेंट ਦਾ ਵੀ ਫਾਇਦਾ। ਸੋ ਧਾਲੀਵਾਲ ਸਾਹਿਬ ਤੁਸੀਂ ਸਮਾਂ ਦਿੱਤਾ, ਦਰਸ਼ਕਾਂ ਦੇ ਨਾਲ ਦਿਲ ਦੀਆਂ ਉਹ ਗੱਲਾਂ ਕੀਤੀਆਂ ਜਿਹਨੇ ਦਰਅਸਲ ਆਪਣੇ ਲੀਡਰ ਤੋਂ ਲੋਕ ਜਵਾਬ ਲੈਣਾ ਚਾਹੁੰਦੇ ਹੁੰਦੇ ਨੇ। ਫਿਰ ਕਿਸੇ ਦਿਨ ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਾਂਗੇ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ। ਫਿਰ ਸਰਦਾਰ ਬੈਨੀਪਾਲ ਜੀ, ਫਿਰ ਇੱਕ ਵਾਰ ਮੈਂ ਤੁਹਾਡਾ ਔਰ ਸਾਂਝਾ TV ਦਾ ਬਹੁਤ ਬਹੁਤ ਧੰਨਵਾਦੀ ਹਾਂ। ਕਿਉਂਕਿ ਕੋਵਿਡ ਦੇ ਦੌਰਾਨ ਤੁਸੀਂ ਜਿਹੜੀ ਇਨਫੋਰਮੇਸ਼ਨ ਟਾਈਮਲੀ ਲੋਕਾਂ ਤੱਕ ਪਹੁੰਚਾਉਂਦੇ ਰਹੇ, ਇਹੀ ਕਾਰਨ ਸੀ ਅੱਜ ਜੇ ਕੈਨੇਡਾ ਦੇ ਵਿੱਚ ਅਸੀਂ ਉਹਨੂੰ ਠੱਲ ਪਾਈ ਤਾਂ ਲੋਕਾਂ ਨੇ ਸਾਥ ਦਿੱਤਾ ਔਰ ਤੁਸੀਂ ਅੱਜ ਮੀਡੀਆ ਆਪਣਾ ਜਿਹੜਾ ਸੀ ਉਹ ਬਣਦਾ ਯੋਗਦਾਨ ਪਾਇਆ। ਜਿਹੜੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਉਸ ਨੂੰ ਮੱਦੇਨਜ਼ਰ ਰੱਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਇਹ ਸਨ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਸਾਹਿਬ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਅੱਜ ਦੀ ਮੁਲਾਕਾਤ ਚੰਗੀ ਲੱਗੀ ਹੋਣੀ ਹੈ। ਜੇਕਰ ਚੰਗੀ ਲੱਗੀ ਕਿਰਪਾ ਕਰਕੇ ਲਾਈਕ ਵੀ ਕਰ ਦੇਣੀ ਤੇ ਸ਼ੇਅਰ ਵੀ ਕਰ ਦੇਣੀ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV।